वार 11वीं पौड़ी 26वीं 70 दूजी। ਮਾਧੋ ਸੋਢੀ ਕਾਸ਼ਮੀਰ ਗੁਰਸਿੱਖੀ ਦੀ ਚਾਲ ਚਲਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਧੋ ਸੋਢੀ ਕਾਸ਼ਮੀਰ ਗੁਰਸਿੱਖੀ ਦੀ ਚਾਲ ਚਲਾਈ। ਭਾਈ ਮਾਧੋ ਸੋਢੀ ਜੀ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਕਸ਼ਮੀਰ ਵਿੱਚ ਭੇਜਿਆ, ਤੇ ਭੇਜਣ ਦਾ ਕਾਰਨ ਕੀ ਸੀਗਾ? ਗੁਰਸਿੱਖੀ ਦੀ ਚਾਲ ਚਲਾਈ। ਗੁਰਸਿੱਖੀ ਦੀ ਚਾਲ, ਗੁਰਸਿੱਖੀ ਦੀ ਰਹਿਣੀ, ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਉੱਥੇ ਭਾਈ ਮਾਧੋ ਸੋਢੀ ਜੀ ਦੀ ਡਿਊਟੀ ਲਾਈ। ਇਹੀ ਭਾਈ ਮਾਧੋ ਜੀ ਜਿਹੜੇ ਹਨ ਬੜੇ ਹੀ ਜਿਹੜੇ ਹਨ ਸੂਝਵਾਨ ਗੁਰਸਿੱਖ ਸਨ, ਕਿਉਂਕਿ ਕਸ਼ਮੀਰ ਜਿਹੜਾ ਸੀਗਾ ਇਹ ਪੰਡਤਾਂ ਦਾ ਗੜ੍ਹ ਸੀਗਾ। ਸੋ ਜਿਹੜੇ ਪੰਡਤ ਲੋਕ ਸਨ ਬ੍ਰਾਹਮਣ ਜਾਤੀ ਦੇ ਵਿੱਚੋਂ, ਇਹਨਾਂ ਨੇ ਜਿਹੜਾ ਹੈ ਇਹਨਾਂ ਨੇ ਆਪਣੇ ਸੈਂਟਰਸ ਬਣਾਏ ਹੋਏ ਸਨ ਬਹੁਤ ਵੱਡੇ ਉੱਥੇ, ਤੇ ਉੱਥੇ ਵੇਦਾਂ ਦਾ, ਸ਼ਾਸਤਰਾਂ ਦਾ, ਪੁਰਾਣਾਂ ਦਾ, ਸਿਮਰਤੀਆਂ ਦਾ ਜਿਹੜਾ ਹੈ ਵੱਡਾ ਪ੍ਰਚਾਰ ਕਰਿਆ ਕਰਦੇ ਸਨ। ਤੇ ਉੱਥੇ ਜਿਹੜਾ ਪ੍ਰਚਾਰ ਗੁਰਸਿੱਖੀ ਦਾ ਕਰਨਾ ਬਹੁਤ ਹੀ ਔਖਾ ਸੀ, ਕਿਉਂਕਿ ਪੰਡਤ ਲੋਕ ਜਿਹੜੇ ਸਨ ਇਹ ਵਿਦਵਾਨ ਸਨ। ਸੋ ਇਹ ਹਮੇਸ਼ਾ ਹੀ ਕੰਪੇਅਰ ਕਰਦੇ ਹਨ ਵੀ ਗੁਰੂ ਦੀ ਸਿੱਖੀ ਕਿੱਥੇ ਹੈ ਤੇ ਸਾਡਾ ਜਿਹੜਾ ਹੈ ਗਿਆਨ ਕਿੱਥੇ ਹੈ। ਸੋ ਇਸ ਕਰਕੇ ਜਿਹੜਾ ਹੈ ਇਹਨਾਂ ਨਾਲ ਉਹੀ ਵਿਚਾਰ ਕਰ ਸਕਦਾ ਸੀ ਜਿਨ੍ਹਾਂ ਕੋਲ ਵੇਦ ਜਿਹੜੇ ਹਨ, ਸ਼ਾਸਤਰ, ਪੁਰਾਣਾ, ਸਿਮਰਤੀਆਂ ਦਾ ਗਿਆਨ ਹੋਵੇ, ਤੇ ਉਹੀ ਕਰ ਸਕਦਾ ਸੀ। ਨਹੀਂ ਤਾਂ ਇਹਨਾਂ ਨਾਲ ਜਿਹੜੀ ਗੱਲ ਕਰਨੀ ਵੀ ਔਖੀ ਸੀ। ਪਹਿਲੀ ਤਾਂ ਗੱਲ ਇਹਨਾਂ ਦੀ ਬੋਲੀ ਵੀ ਜਿਹੜੀ ਹੈ ਸੰਸਕ੍ਰਿਤੀ ਬੋਲੀ ਸੀਗੀ। ਸੋ ਇਸ ਕਰਕੇ ਜਿਹੜਾ ਹੈ ਭਾਈ ਮਾਧੋ ਸੋਢੀ ਦੀ ਡਿਊਟੀ ਗੁਰੂ ਅਰਜਨ ਦੇਵ ਜੀ ਨੇ ਲਾਈ ਵੀ ਕਸ਼ਮੀਰ ਵਿੱਚ ਜਾ ਕੇ ਤੂੰ ਗੁਰਸਿੱਖੀ ਦਾ ਪ੍ਰਚਾਰ ਕਰ, ਕਿਉਂਕਿ ਜਿਹੜੇ ਬ੍ਰਾਹਮਣ ਲੋਕ ਸਨ ਉਹ ਜਿਹੜੇ ਹਨ ਖੱਤਰੀਆਂ ਨੂੰ ਪੜ੍ਹਾਉਂਦੇ ਸਨ, ਤੇ ਛੂਤ ਤੇ ਵੈਸ਼ ਜਿਹੜੇ ਸਨ ਉਹਨਾਂ ਨੂੰ ਛੱਡ ਦਿੰਦੇ ਸਨ। ਸੋ ਇਹ ਸਾਰੀ ਕਮਿਊਨਿਟੀ ਜਿਹੜੀ ਹੈ ਨਿਗਲੈਕਟ ਕੀਤੀ ਹੋਈ ਸੀਗੀ। ਇਹਨਾਂ ਨੂੰ ਕੋਈ ਜਿਹੜਾ ਹੈ ਇਹਨਾਂ ਨੂੰ ਕੋਈ ਧਰਮ ਨਹੀਂ ਦੇਣ ਨੂੰ ਤਿਆਰ ਸੀ, ਲੁੱਟਣ ਨੂੰ ਜ਼ਰੂਰ ਤਿਆਰ ਸੀ, ਇਹਨਾਂ ਨੂੰ ਲੁੱਟਦੇ ਜ਼ਰੂਰ ਸਨ ਇਹਨਾਂ ਨੂੰ, ਪਰ ਇਹਨਾਂ ਨੂੰ ਕੋਈ ਵੀ ਧਰਮ ਦੀ ਗੱਲ ਨਹੀਂ ਕੋਈ ਸਿਖਾਉਂਦਾ ਸੀ। ਤੇ ਇਹਨਾਂ ਦੇ ਜਿਹੜੇ ਬੱਚੇ ਸਨ ਅੱਗੇ ਇਹਨਾਂ ਨੂੰ ਕੋਈ ਵਿਦਿਆ ਨਹੀਂ ਮਿਲਦੀ ਸੀ। ਜਿਵੇਂ ਅੱਜ ਕੱਲ੍ਹ ਆਪਣੇ ਸਕੂਲ ਹੁੰਦੇ ਹਨ, ਬੱਚਾ ਭਾਵੇਂ ਧਰਮੀ ਵਿਦਿਆ ਨਹੀਂ ਵੀ ਪੜ੍ਹਦਾ ਪਰ ਦੁਨਿਆਵੀ ਵਿਦਿਆ ਤਾਂ ਪੜ੍ਹ ਲੈਂਦਾ ਨਾ। ਕਹਿੰਦੇ ਉਸ ਵੇਲੇ ਤਾਂ ਇਹ ਵੀ ਪ੍ਰਬੰਧ ਨਹੀਂ ਸੀ, ਦੁਨੀਆ ਦਾ ਵਿਦਿਆ ਵੀ ਨਹੀਂ ਕੋਈ ਪੜ੍ਹਦਾ ਸੀਗਾ। ਜੋ ਕੁੱਲ ਵਿੱਚ ਜਿਹੜਾ ਕੁਝ ਕਾਰਜ ਉਹ ਕਰਦੇ ਸਨ ਉਹੀ ਚੱਲਿਆ ਆਉਂਦਾ ਸੀ। ਜੇ ਬਲੈਕਸਮਿਥ ਆ ਉਹਦਾ ਬੱਚਾ ਵੀ ਬਲੈਕਸਮਿਥ ਹੀ ਬਣੇਗਾ, ਜੇ ਜਿਹੜਾ ਹੈ ਕੋਈ ਗੋਲਸਮਿਥ ਹੋਇਆ ਉਹਨੇ ਬੱਚੇ ਨੂੰ ਗੋਲਸਮਿਥ ਬਣਾ ਦੇਣਾ। ਸੋ ਇਸ ਤਰ੍ਹਾਂ ਜਿਹੜੀ ਕਾਰ ਚੱਲਦੀ ਸੀ ਉਹਨੂੰ ਫੋਲੋ ਕਰਦੇ ਸਨ। ਸੋ ਗੁਰੂ ਅਰਜਨ ਦੇਵ ਜੀ ਨੇ ਦੇਖੋ ਕਿੰਨੀ ਕਿਰਪਾ ਕੀਤੀ ਪਾਤਸ਼ਾਹ ਨੇ ਉਹ ਗਿਆਨ ਦੇਣ ਵਾਸਤੇ, ਕਿਉਂਕਿ ਗਿਆਨ ਉਹ ਆ ਨਾ ਜਿਹਨੇ ਕਿ ਉਹ ਦੇਖੋ ਦੁਨੀਆ ਦਾ ਜਿਹੜਾ ਮਟੀਰੀਅਲਿਸਟਿਕ ਗਿਆਨ ਆ ਨਾ, ਜਿਹੜਾ ਵਰਲਡਲੀ ਗਿਆਨ ਹੈ, ਜਿਵੇਂ ਮੈਡੀਸਨ ਹੋਈ, ਇੰਜੀਨੀਅਰਿੰਗ ਹੋਈ, ਜਾਂ ਬਿਜ਼ਨਸ ਹੋਏ, ਮਾਰਕੀਟਿੰਗਾਂ ਹੋਈਆਂ, ਇਹ ਸਾਰੀਆਂ ਪੜ੍ਹਾਈਆਂ ਕਿੱਥੋਂ ਆਈਆਂ ਨੇ? ਧਰਮ ਦੀ ਵਿਦਿਆ ਤੋਂ। ਇੱਥੋਂ ਸ਼ੁਰੂ ਹੋਇਆ ਕੰਮ, ਇੱਥੋਂ ਹੀ ਜਾ ਕੇ ਐਕਸਪੈਂਡ ਹੋਇਆ, ਜਿੱਥੇ ਇਹ ਸਾਰੀਆਂ ਵਿਦਿਆ ਅੱਡ ਅੱਡ ਬਣੀਆਂ। ਸੋ ਇਸ ਕਰਕੇ ਜਿਹੜਾ ਹੈ ਹੁਣ ਇਹ ਭਾਈ ਮਾਧੋ ਸੋਢੀ ਜੀ ਦੀ ਜਿਹੜੀ ਹੈ ਕਮਾਈ ਇਹ ਬਹੁਤ ਵੱਡੀ ਸੀ। ਸੋ ਇਹਨਾਂ ਦੇ ਬਾਰੇ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ ਸਿੱਖਾਂ ਦੀ ਭਗਤਮਾਲਾ ਵਿੱਚ, ਆਪ ਜੀ ਉਹ ਸਰਵਣ ਕਰੋ। ਸਿੱਖਾਂ ਅਰਦਾਸ ਕੀਤੀ ਸੱਚੇ ਪਾਤਸ਼ਾਹ, ਕਸ਼ਮੀਰ ਵਿੱਚ ਜੋ ਪੰਡਤ ਹੁੰਦੇ ਹਨ ਤੇ ਸਿੱਖਾਂ ਤੇ ਇੱਥੇ ਬਹੁ ਵਚਨ ਹੈ। ਇੱਥੇ ਭਾਈ ਮਾਧੋ ਸੋਢੀ ਜੀ ਜਦੋਂ ਆਏ ਗੁਰੂ ਅਰਜਨ ਦੇਵ ਜੀ ਕੋਲ, ਜਿਹੜਾ ਹਨ ਕਸ਼ਮੀਰ ਤੋਂ ਥੋੜ੍ਹਾ ਚਿਰ ਉੱਥੇ ਰਹਿ ਕਰਕੇ ਵਾਪਸ ਜਦੋਂ ਆਏ, ਤਾਂ ਜਦੋਂ ਆਏ ਬੜੇ ਸਿੱਖਾਂ ਨੂੰ ਨਾਲ ਲੈ ਕੇ ਆਏ ਸੀ ਜਿਹੜੇ ਕਸ਼ਮੀਰ ਦੇ। ਸੋ ਕਸ਼ਮੀਰ ਦੇ ਸਿੱਖਾਂ ਦੇ ਨਾਲ ਆਏ, ਇਸ ਕਰਕੇ ਤੇ ਸਿੱਖਾਂ ਸ਼ਬਦ ਆਇਆ ਹੈ। ਕਹਿੰਦੇ ਭਾਈ ਮਾਧੋ ਸੋਢੀ ਤੇ ਹੋਰ ਕਸ਼ਮੀਰ ਦੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਕਸ਼ਮੀਰ ਵਿੱਚ ਜੋ ਪੰਡਤ ਹੁੰਦੇ ਹਨ, ਕਹਿੰਦੇ ਕਸ਼ਮੀਰ ਵਿੱਚ ਜੋ ਪੰਡਤ ਹੁੰਦੇ ਹਨ, ਉੱਥੇ ਵਿਦਵਾਨ ਜਿਹੜੇ ਪੰਡਤ ਹਨ, ਸਕਾਲਰਸ ਹਨ, ਸੋ ਗੁਰੂ ਕੀ ਬਾਣੀ ਸਿੱਖਾਂ ਨੂੰ ਪੜ੍ਹਨ ਨਹੀਂ ਦਿੰਦੇ। ਉਹ ਜਿਹੜੇ ਹਨ ਸਿੱਖਾਂ ਨੂੰ ਹਟਾਉਂਦੇ ਹਨ ਤੇ ਕਿ ਤੁਸੀਂ ਗੁਰਬਾਣੀ ਨਹੀਂ ਪੜ੍ਹਨੀ, ਇਹ ਗੁਰਬਾਣੀ ਤੁਸੀਂ ਨਹੀਂ ਪੜ੍ਹਨੀ, ਇਹ ਤੁਸੀਂ ਨਹੀਂ ਸਿੱਖਣੀ, ਉਹ ਹਟਾਉਂਦੇ ਹਨ, ਵਰਜਦੇ ਹਨ। ਕਹਿੰਦੇ ਹਨ ਜੋ ਸੰਸਕ੍ਰਿਤ ਦੇਵ ਬਾਣੀ ਹੈ। ਦੇਖੋ ਕਹਿੰਦੇ ਵੀ ਜਿਹੜੀ ਸੰਸਕ੍ਰਿਤ ਬਾਣੀ ਹੈ, ਸੰਸਕ੍ਰਿਤ ਜਿਹੜੀ ਭਾਸ਼ਾ ਹੈ, ਇਹ ਦੇਵਤਿਆਂ ਦੀ ਭਾਸ਼ਾ ਹੈ। ਇਹ ਦੇਵਤਿਆਂ ਨੇ ਇਹ ਸੰਸਕ੍ਰਿਤ ਭਾਸ਼ਾ ਬਣਾਈ ਹੋਈ ਹੈ, ਜੋ ਕਿ ਜਿਹੜਾ ਹੈ ਇਹ ਮੰਨਦੇ ਹਨ ਕਿ ਜਿਹੜਾ ਹਨ ਉਹ ਸ਼ੇਸ਼ਨਾਗ ਹੈ, ਉਹਦੇ ਮੁਖ ਤੋਂ ਜਿਹੜੀ ਨਿਕਲੀ ਹੋਈ ਬਾਣੀ ਹੈ। ਕਹਿੰਦੇ ਇਹ ਦੇਵ ਬਾਣੀ ਹੈ, ਦੇਵਤਿਆਂ ਦੀ ਬਾਣੀ ਹੈ, ਇਸ ਕਰਕੇ ਤੁਸੀਂ ਗੁਰਬਾਣੀ ਨਹੀਂ ਪੜ੍ਹਨੀ, ਤੁਸੀਂ ਸੰਸਕ੍ਰਿਤ ਹੀ ਪੜ੍ਹਨੀ ਹੈ। ਜੋ ਵੀ ਵੇਦ ਸ਼ਾਸਤਰ ਲਿਖੇ ਹੋਏ ਹਨ ਸੰਸਕ੍ਰਿਤ ਵਿੱਚ ਉਹ ਪੜ੍ਹਨੇ ਹਨ। ਤੇ ਭਾਖਾ ਮਨੁੱਖ ਬਾਣੀ ਹੈ। ਦੇਖੋ ਜਿਹੜੀ ਭਾਖਾ ਹੈ ਨਾ, ਭਾਖਾ ਹੁੰਦੀ ਹੈ ਜਿਹੜੀ ਇੱਕ ਲੈਂਗੁਏਜ ਜਿਹੜੀ ਆਮ ਜਿਹੜੀ ਹੈ ਉਹ ਪ੍ਰਕਿਰਤੀ ਦੇ ਨਾਲ ਮਿਲ ਕੇ ਸੰਸਕ੍ਰਿਤੀ ਜਦੋਂ ਬਦਲਦੀ ਹੈ। ਪ੍ਰਕਿਰਤੀ ਉਹ ਹੁੰਦੀ ਹੈ ਜਿਹੜੀ ਆਪਾਂ ਦੁਨੀਆ ਵਿੱਚ ਚੀਜ਼ਾਂ ਬਣੀਆਂ ਹੋਈਆਂ ਦੇਖਦੇ ਹਾਂ। ਸੰਸਕ੍ਰਿਤੀ ਹੁੰਦੀ ਹੈ ਜਿਵੇਂ ਸੰਸਕ੍ਰਿਤ ਭਾਸ਼ਾ ਹੈ, ਉਹ ਸੰਸਕ੍ਰਿਤੀ ਹੈ ਜਿਹੜੀ ਪਹਿਲਾਂ ਤੋਂ ਆਉਂਦੀ ਹੈ, ਜਿਹੜੀ ਵਿਦਿਆ ਹੈ।
ਸੋ ਕਹਿੰਦੇ ਜਦੋਂ ਸੰਸਕ੍ਰਿਤ ਪ੍ਰਕਿਰਤੀ ਵਿੱਚ ਆਉਂਦੀ ਹੈ ਨਾ, ਪ੍ਰਕਿਰਤੀ ਦੇ ਨਾਲ ਉਹ ਬਦਲਦੀ ਹੈ। ਹੁਣ ਦੇਖੋ ਜਿਹੜੀਆਂ ਪੁਰਾਣੀਆਂ ਭਾਸ਼ਾਵਾਂ ਜਿਵੇਂ ਲੈਟਿਨ ਹੋਈ, ਹੁਣ ਬਿਲਕੁਲ ਨਹੀਂ ਵਰਤਦੇ, ਹੁਣ ਉਹ ਜਿਹੜੀ ਬਦਲ ਕਰਕੇ ਜਦ ਇੰਗਲਿਸ਼ ਆ ਗਈ, ਹੋਰ ਭਾਸ਼ਾਵਾਂ ਆ ਗਿਆ, ਰੋਮਨਾਈਜ਼ ਆ ਗਈ, ਉਹ ਆ ਗਈਆਂ, ਸੋ ਬਦਲਦੀਆਂ ਹਨ। ਇਹ ਸਾਰੀਆਂ ਭਾਸ਼ਾਵਾਂ ਚੇਂਜ ਹੁੰਦੀਆਂ ਹਨ। ਸੋ ਇਸ ਕਰਕੇ ਇਹ ਭਾਸ਼ਾ ਜਿਹੜੀ ਹੈ, ਭਾਖਾ, ਜਿੱਥੇ ਭਾਖਾ ਕਹਿੰਦੇ ਹਾਂ, ਭਾਖਾ ਮੀਨਸ ਦ ਲੈਂਗੁਏਜ ਦੈਟ ਯੂ ਸਪੀਕ ਡਿਊਰਿੰਗ ਦਿਸ ਪਾਰਟੀਕੂਲਰ ਟਾਈਮ, ਪ੍ਰੈਜ਼ੈਂਟ ਟਾਈਮ ਦੇ ਵਿੱਚ ਜੋ ਬੋਲੀ ਜਾਂਦੀ ਹੈ, ਜਿਹੜੀ ਭਾਸ਼ਾ ਬੜੀਆਂ ਭਾਸ਼ਾਵਾਂ ਨਾਲ ਮਿਲ ਚੁੱਕੀ ਹੁੰਦੀ ਹੈ, ਜਾਂ ਕਈ ਭਾਸ਼ਾਵਾਂ ਦਾ ਜਿਹੜਾ ਇਨਫਲੂਐਂਸ ਉਹ ਭਾਸ਼ਾ ਵਿੱਚ ਪੈ ਜਾਂਦਾ ਹੈ। ਪਰ ਦ ਵੰਡਰਫੁਲ ਥਿੰਗ ਇਜ਼ ਇਹ ਭਾਸ਼ਾ ਜਿਹੜੀ ਹੈ ਸਾਰਿਆਂ ਨੂੰ ਸਮਝ ਆਉਂਦੀ ਹੈ। ਜਿਹੜੀ ਸੰਸਕ੍ਰਿਤੀ ਹੈ ਉਹ ਕਿਸੇ ਦੇ ਸਮਝ ਘੱਟੇ ਆਉਂਦੀ ਹੈ, ਬਿਕੋਜ਼ ਉਹ ਪੁਰਾਣੀ ਭਾਸ਼ਾ ਹੋ ਗਈ, ਔਖੀ ਭਾਸ਼ਾ ਹੋ ਗਈ। ਜਿਵੇਂ ਸ਼ੇਕਸਪੀਅਰ ਹੈ, ਹੁਣ ਤੇ ਬੱਚੇ ਜਿਹੜੇ ਕਿੰਨੇ ਕੁ ਪੜ੍ਹਦੇ ਹਨ, ਕੌਣ ਪੜ੍ਹਦਾ ਉਹਨਾਂ ਨੂੰ, ਕਿਉਂਕਿ ਸਮਝ ਉਹਨਾਂ ਦੀ ਨਹੀਂ ਲੱਗਦੀ। ਇਸ ਕਰਕੇ ਜਿਹੜੇ ਭਾਵੇਂ ਸ਼ੇਕਸਪੀਅਰ ਜਿਹੜਾ ਬਹੁਤਾ ਪੁਰਾਣਾ ਵੀ ਨਹੀਂ ਹੈਗਾ, ਦੇਖੋ ਕਿੰਨੀ ਛੇਤੀ ਸਮਾਂ ਬਦਲਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਭਾਖਾ ਜਿਹੜੀ ਹੈ, ਗੁਰਬਾਣੀ ਗੁਰੂ ਨਾਨਕ ਨੇ ਭਾਖਾ ਵਿੱਚ ਕਹੀ ਹੈ, ਤਾਂ ਕਰਕੇ ਵੀ ਸਾਰਿਆਂ ਦੇ ਜਿਹੜਾ ਪੱਲੇ ਕੁਝ ਪੈ ਸਕੇ। everyone could concentrate, could learn the knowledge, the divine knowledge within the ਸ਼ਬਦ without giving so much of effort, putting so much of effort। and now effort ਪਾਉਣ ਦੀ ਵੀ ਨਹੀਂ ਲੋੜ, ਤੁਸੀਂ ਸਿਰਫ ਉਹ ਬਾਣੀ ਨੂੰ ਪੜ੍ਹ ਕੇ ਉਹਨੂੰ ਸਮਝਣਾ, ਉਹਦੀ ਵਿਚਾਰ ਕਰਕੇ ਉਹਨੂੰ ਪ੍ਰੈਕਟਿਸ ਕਰਨਾ ਹੈ। ਇਟਸ ਗੋਇੰਗ ਪ੍ਰੈਕਟੀਕਲ, a practical way of looking into giving enlightenment। ਸੋ ਇਹ ਗੁਰੂ ਨਾਨਕ ਦਾ ਰਸਤਾ ਹੈ, ਗੁਰੂ ਨਾਨਕ ਨੇ ਇਹ ਚੁਣਿਆ। ਸੋ ਇਹ ਪੰਡਤਾਂ ਨੂੰ ਚੰਗਾ ਨਹੀਂ ਲੱਗਦਾ ਸੀ, ਕਿਉਂਕਿ ਜੇ ਭਾਖਾ ਵਿੱਚ ਸਭ ਕੁਝ ਆ ਗਿਆ, then you don't need the pundits anymore, then anybody can read and understand। ਤੇ if you go into the Sanskrit, ਜੇ ਸੰਸਕ੍ਰਿਤ original language ਹੈ, ਜੇ ਉਹ ਕਰੋਗੇ ਤਾਂ ਸਿਰਫ ਪੰਡਤ ਹੀ ਜਾਣਦੇ ਨੇ, ਹੋਰ ਕੋਈ ਨਹੀਂ ਜਾਣਦਾ। nobody else could understand। so this is where they start earn their living। ਸੋ ਉਹ ਜਿਹੜੇ ਹਨ ਫਿਰ ਉਹਨਾਂ ਨੂੰ ਚੈੱਕ ਕਰਨਾ ਵੀ ਔਖਾ ਹੋ ਜਾਂਦਾ ਹੈ। ਜੇ ਉਹ ਅਰਥ ਦੇ ਅਨਰਥ ਵੀ ਕਰ ਦੇਵੇ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਣਾ, ਉਹ ਕਿਵੇਂ ਚੈੱਕ ਕਰੇਗਾ, ਕਿਉਂਕਿ ਲੈਂਗੁਏਜ ਤਾਂ ਉਹਨਾਂ ਦੀ ਹੈ, ਸਿਰਫ ਉਹਨਾਂ ਨੂੰ ਸਮਝ ਆਉਂਦੀ ਹੈ। ਸੋ ਇਸ ਕਰਕੇ ਭਾਖਾ ਜਿਹੜੀ ਸੀਗੀ, ਗੁਰੂ ਨਾਨਕ ਨੇ ਇਹ ਭਾਖਾ ਵਿੱਚ ਬਾਣੀ ਉਚਾਰਨ ਕੀਤੀ। ਤੇ ਤੁਸਾਂ ਸਭ ਨਿਤ ਨਮਿਤ ਕਰਮ ਛੋੜ ਦਿੱਤੇ ਹਨ। ਤੇ ਉਹ ਕਹਿੰਦੇ ਇਹ ਭਾਖਾ ਬਾਣੀ ਮਨੁੱਖਾਂ ਦੀ ਹੈ, ਸੰਸਕ੍ਰਿਤ ਦੇਵਤਿਆਂ ਦੀ ਬਾਣੀ ਹੈ। ਇਸ ਕਰਕੇ ਕਹਿੰਦੇ ਜੇ ਤੁਸੀਂ ਇਹ ਭਾਖਾ ਦੀ ਬਾਣੀ ਪੜ੍ਹਨ ਲੱਗੇ, ਕਹਿਣ ਲੱਗੇ ਤੁਸੀਂ ਕੀ ਕੀਤਾ, ਸਿਰਫ ਭਾਖਾ ਬਦਲਣ ਕਰਕੇ ਤੁਸੀਂ ਆਪਣੀ ਜਿਹੜੀ ਸੰਸਕ੍ਰਿਤੀ ਉਹ ਵੀ ਬਦਲ ਲਈ। ਮਤਲਬ ਨਿਤ ਨਮਿਤ ਪ੍ਰਾਸ਼ਚਿਤ ਕਰਮ ਜਿਹੜੇ ਇਹ ਸਾਰੇ ਹੁੰਦੇ ਹਨ, ਸੋ ਇਹ ਵੀ ਤੁਸੀਂ ਛੱਡਤੇ। ਨਿਤ ਤੇ ਨਮਿਤ ਕਰਮ ਜਿਹੜੇ ਹੁੰਦੇ ਹਨ, ਮਤਲਬ ਕਰਮ ਜਿਹੜਾ ਉੱਠ ਕੇ ਸੂਰਿਆ ਨਮਸਕਾਰ ਕਰਨੀ, ਉਹਨਾਂ ਦੇ ਜਿਹੜੇ ਗਾਇਤਰੀ ਮੰਤਰ ਪੜ੍ਹਨਾ, ਜਿੰਨਾ ਵੀ ਉਹਨਾਂ ਦਾ ਰੋਹ ਰੀਤੀ ਹੈ ਜੋ ਪੁਰਾਣੀ ਤੁਰੀ ਆਈ ਹੈ, ਕਹਿੰਦੇ ਉਹ ਭਾਖਾਂ ਦੇ ਨਾਲ ਤੁਸੀਂ ਉਹ ਕਰਮ ਵੀ ਛੱਡ ਦਿੱਤੇ। ਹੁਣ ਕਰਮਾਂ ਦੇ ਆਸਰੇ ਹੀ ਬ੍ਰਾਹਮਣਾਂ ਦਾ, ਪੰਡਤਾਂ ਦਾ ਲਿਵਿੰਗ ਹੁੰਦਾ ਸੀਗਾ। ਦੇ ਅਰਨ ਦੇਅਰ ਲਿਵਿੰਗ ਵਿਦ ਦਿਸ। ਜੇ ਲੋਕਾਂ ਨੇ ਉਹ ਕਰਮ ਛੱਡ ਦਿੱਤੇ ਤਾਂ ਉਹਨਾਂ ਦਾ ਜਿਹੜਾ ਗੁਜ਼ਾਰਾ ਕਿਵੇਂ ਹੋਵੇਗਾ, ਉਹਨਾਂ ਦਾ ਸਸਟੇਨੈਂਸ ਕਿਵੇਂ ਹੋਵੇਗਾ। ਇਸ ਕਰਕੇ ਉਹ ਕਹਿੰਦੇ ਨੇ ਤੁਸੀਂ ਤਾਂ ਕਰਮ ਵੀ ਤਿਆਗ ਦਿੱਤੇ ਬੋਲੀ ਦੇ ਨਾਲ, ਅਸੀਂ ਤਾਂ ਸਾਡੇ ਨਾਲ ਵਰਤਨ ਨਹੀਂ ਕਰਦੇ। ਇਸ ਕਰਕੇ ਜਿਹੜਾ ਅਸੀਂ ਤੁਹਾਡੇ ਨਾਲ, ਕਹਿੰਦੇ ਤੂੰ ਸਾਡੇ ਨਾਲ। ਇਸ ਕਰਕੇ ਉਹ ਬ੍ਰਾਹਮਣ ਕਹਿੰਦੇ ਸਨ, ਜੇ ਕੋਈ ਬ੍ਰਾਹਮਣ ਸਾਡੀ ਜਾਤੀ ਵਿੱਚੋਂ ਕੋਈ ਬੰਦਾ ਸੰਸਕ੍ਰਿਤ ਛੱਡ ਕੇ ਭਾਖਾ ਗੁਰਬਾਣੀ ਪੜ੍ਹਨ ਲੱਗ ਜਾਵੇ, ਜਾਂ ਕੋਈ ਖੱਤਰੀ ਪੜ੍ਹਨ ਲੱਗ ਜਾਵੇ, ਕਹਿੰਦਾ ਸਾਡਾ ਕੋਈ ਵਾਸਤਾ ਨਹੀਂ ਉਹਦੇ ਨਾਲ। ਵੀ ਵਿਲ ਬ੍ਰੇਕ ਆਲ ਆਵਰ ਰਿਲੇਸ਼ਨਸ਼ਿਪ। ਤੇ ਕੀ ਉਹਨੂੰ ਜਿਹੜਾ ਹੈ ਐਕਸ ਕਮਿਊਨੀਕੇਟ ਕਰ ਦਿਆਂਗੇ, ਜਿਹਨੇ ਭਾਖਾ ਜਾਂ ਗੁਰਬਾਣੀ ਨੂੰ ਜਿਹੜਾ ਹਨ ਜਿਹੜਾ ਉਹ ਕਬੂਲ ਕਰ ਲਿਆ ਤੇ ਸੰਸਕ੍ਰਿਤ ਨੂੰ ਪਿੱਛੇ ਛੱਡ ਦਿੱਤਾ। ਸੋ ਐਸਾ ਵਾਤਾਵਰਨ ਬਣਦਾ ਸੀਗਾ। ਦੇਖੋ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਦੇ ਵਿੱਚ ਤਾਂ ਐਸਾ ਭੈੜੀ ਦੁਰਦਸ਼ਾ ਹੁੰਦੀ ਸੀ ਨਾ, ਕਹਿੰਦੇ ਇਹ ਬ੍ਰਾਹਮਣ ਲੋਕ ਕੀ ਕਰਦੇ ਸਨ, ਇਹ ਬ੍ਰਾਹਮਣ ਲੋਕਾਂ ਨੇ ਬਹੁਤ ਜ਼ਿਆਦਾ ਜਿਹੜਾ ਹੈ ਆਪਣੀ ਜਿਹੜੀ ਅੱਤ ਚੁੱਕੀ ਸੀ ਜਦੋਂ ਕਿ ਗੁਰੂ ਅਮਰਦਾਸ ਮਹਾਰਾਜ ਦਾ ਸਮਾਂ ਸੀ। ਇਹਨਾਂ ਨੇ ਕੀ ਕਰਨਾ, ਜਿਹੜਾ ਵੀ ਬ੍ਰਾਹਮਣ ਆ ਕੇ ਗੁਰੂ ਅਮਰਦਾਸ ਨੂੰ ਮੱਥਾ ਟੇਕ ਜਾਂਦਾ ਸੀ ਨਾ, ਜਾਂ ਮਹਾਰਾਜ ਦੀ ਬਾਣੀ ਪੜ੍ਹਦਾ ਸੀ ਨਾ, ਗੁਰਬਾਣੀ ਪੜ੍ਹਦਾ ਸੀਗਾ, ਜਾਂ ਆ ਕੇ ਲੰਗਰ ਵਿੱਚ ਪੰਗਤ ਵਿੱਚ ਬਹਿ ਕੇ ਮਹਾਰਾਜ ਦੇ ਲੰਗਰ ਛਕਦਾ ਸੀਗਾ, ਉਹਨੂੰ ਐਕਸ ਕਮਿਊਨੀਕੇਟ ਕਰ ਦਿੰਦੇ ਸਨ। ਇੱਥੋਂ ਤੱਕ ਜੇ ਫੈਮਿਲੀ ਆ ਨਾ, ਜੇ ਫੈਮਿਲੀ 'ਚ 4 ਭਰਾ ਨੇ, ਇੱਕ ਭਰਾ ਨੇ ਆ ਕੇ ਮੱਥਾ ਟੇਕ ਦਿੱਤਾ, ਬਾਕੀ 3 ਭਰਾਵਾਂ ਨੂੰ ਵੀ ਐਕਸ ਕਮਿਊਨੀਕੇਟ ਕਰ ਦਿੰਦੇ ਸਨ ਵੀ ਤੁਸੀਂ ਭ੍ਰਿਸ਼ਟ ਹੋ ਗਏ, ਤੁਸੀਂ ਨਿਕਲ ਗਏ। ਇਸੇ ਤਰ੍ਹਾਂ ਹੀ ਜਿਹੜਾ ਹੈ ਭਾਈ ਹਿੰਦਾਲਿਆ ਜੀ ਹੋਏ, ਜਿਨ੍ਹਾਂ ਦੇ ਜਿਹੜਾ ਹੈ ਭਾਈ ਹਿੰਦਾਲਿਆ ਜੀ ਗੁਰੂ ਅਮਰਦਾਸ ਜੀ ਦੇ ਸਿੱਖ ਬਣੇ। ਉਹਨਾਂ ਨੇ ਆ ਕੇ ਮਹਾਰਾਜ ਦੀ ਬੜੀ ਸੇਵਾ ਕੀਤੀ, ਮਹਾਰਾਜ ਜੀ ਖੁਸ਼ ਹੋਏ। ਤੇ ਇੱਕ ਵਾਰ ਉਹਨਾਂ ਦੇ ਭਰਾ ਦੇ ਲੜਕੀ ਦਾ ਵਿਆਹ ਆ ਗਿਆ, ਤੇ ਲੜਕੀ ਦਾ ਵਿਆਹ ਆਇਆ ਤੇ ਉਹਨਾਂ ਨੇ ਪੰਡਤ ਨੂੰ ਕਿਹਾ ਕਿ ਇਹ ਵਿਆਹ ਤੁਸੀਂ ਕਰ ਲਓ, ਜਾਂ ਆਪਾਂ ਵਿਆਹ ਕਰਨਾ ਹੈ। ਉਹ ਪੰਡਤਾਂ ਨੇ ਕਿਹਾ ਕਿ ਤੇਰਾ ਭਰਾ ਗੁਰੂ ਅਮਰਦਾਸ ਨੂੰ ਗੁਰੂ ਮੰਨਦਾ, ਇਸ ਕਰਕੇ ਤੇਰੇ ਨਾਲ ਅਸੀਂ ਜਿਹੜਾ ਹੈ ਤੇਰੀ ਲੜਕੀ ਦਾ ਵਿਆਹ ਅਸੀਂ ਨਹੀਂ ਕਰਾਉਣਾ। ਉਹਨਾਂ ਨੇ ਨਾ ਕਰਤੀ। ਉਹਦਾ ਭਰਾ ਬੜਾ ਦੁਖੀ ਹੋਇਆ, ਕਹਿੰਦੇ ਪੰਡਤ ਤੋਂ ਬਗੈਰ ਹੁਣ ਵਿਆਹ ਕੌਣ ਕਰਾਏਗਾ। ਉਹ ਵਾਪਸ ਗੁਰੂ ਅਮਰਦਾਸ ਜੀ ਕੋਲ ਭਾਈ ਹਿੰਦਾਲਿਆ ਆਪਣੇ ਭਰਾ ਨੂੰ ਲੈ ਕੇ ਆਇਆ
ਤੇ ਗੁਰੂ ਅਮਰਦਾਸ ਮਹਾਰਾਜ ਨੇ ਬੈਠਿਆਂ ਬੈਠਿਆਂ ਕਹਿ ਦਿੱਤਾ, ਕਹਿੰਦੇ ਉਦੋਂ ਦੀਵਾਨ ਦੀ ਸਮਾਪਤੀ ਹੋਈ ਸੀ ਜਦੋਂ ਇਹ ਆਏ, ਦੋਵਾਂ ਨੇ ਮੱਥਾ ਟੇਕਿਆ ਤੇ ਗੁਰੂ ਅਮਰਦਾਸ ਜੀ ਕਹਿੰਦੇ ਤੁਹਾਡਾ ਕੰਮ ਅਸੀਂ ਭਲਕੇ ਕਰਾਂਗੇ, ਤੁਹਾਡਾ ਕਾਰਜ ਅਸੀਂ ਭਲਕੇ ਕਰਨਾ ਹੈ। ਜਦੋਂ ਦੂਜਾ ਦਿਨ ਹੋਇਆ, ਗੁਰੂ ਅਮਰਦਾਸ ਜੀ ਬੈਠੇ, ਆਸਾ ਦੀ ਵਾਰ ਦਾ ਭੋਗ ਪੈਂਦਾ ਹੈ। ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਉੱਠੇ ਤੇ ਉਸੇ ਵੇਲੇ ਭਾਈ ਹੰਦਾਲੀਆ ਤੇ ਉਹਦੇ ਭਰਾ ਨੂੰ ਕਹਿੰਦੇ ਚਲੋ ਸਾਡੇ ਨਾਲ ਹੁਣ ਤੁਹਾਡਾ ਕਾਰਜ ਕਰੀਏ। ਤੇ ਜਾ ਕੇ ਮਹਾਰਾਜ ਨੇ ਕੀ ਕੀਤਾ, ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਸੀ ਉਸ ਵੇਲੇ, ਤੇ ਬੌਲੀ ਸਾਹਿਬ ਦੀ ਸੇਵਾ ਵਿੱਚ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਾ ਸੇਵਾ ਕਰ ਰਹੇ ਸਨ। ਉਸ ਵੇਲੇ ਬਹੁਤ ਸੇਵਾ ਵਿੱਚ ਲੱਗੇ ਹੋਏ ਸਨ, ਬੌਲੀ ਦੇ ਥੱਲੇ ਸਨ। ਗੁਰੂ ਅਮਰਦਾਸ ਮਹਾਰਾਜ ਨੇ ਬੌਲੀ ਸਾਹਿਬ ਦੇ ਸਾਹਮਣੇ ਖੜ ਕੇ ਕਿਹਾ, ਕਹਿੰਦਾ ਰਾਮਦਾਸ ਨੂੰ ਸੱਦੋ। ਤੇ ਉਸ ਵੇਲੇ ਸਿੱਖ ਗਿਆ, ਭੱਜਿਆ, ਜਾ ਕਰਕੇ ਗੁਰੂ ਰਾਮਦਾਸ ਨੂੰ ਸੇਵਾ ਕਰਦਿਆਂ ਨੂੰ ਸੱਦ ਕੇ ਬਾਹਰ ਲੈ ਕੇ ਆਇਆ। ਜਦੋਂ ਗੁਰੂ ਰਾਮਦਾਸ ਮਹਾਰਾਜ ਚੌਥੀ ਜਿਹੜਾ ਹਨ ਸਟੈਪ ਤੇ ਪਹੁੰਚੇ ਨਾ, ਬੌਲੀ ਸਾਹਿਬ ਦੇ 4th ਸਟੈਪ ਦੇ ਫਰੋਮ ਦ ਟਾਪ 4th ਜਿਹੜੀ ਹੈ, ਉੱਥੇ ਜਦੋਂ ਪਹੁੰਚੇ ਮਹਾਰਾਜ ਨੇ ਉਦੋਂ ਬਚਨ ਕੀਤਾ ਗੁਰੂ ਅਮਰਦਾਸ ਜੀ ਨੇ ਕਿ ਰਾਮਦਾਸ ਚੌਥੀ ਗੁਰਿਆਈ ਤੁਹਾਨੂੰ ਦਿੱਤੀ। ਜੋ ਚੌਥੀ ਪੌੜੀ ਤੇ ਖੜੇ ਸਨ, ਇਹ ਬਚਨ ਗੁਰੂ ਅਮਰਦਾਸ ਜੀ ਨੇ ਕੀਤਾ ਤੇ ਗੁਰਤਾ ਗੱਦੀ ਦਾ ਜਿਹੜਾ ਐਲਾਨ ਗੁਰੂ ਅਮਰਦਾਸ ਨੇ ਕੀਤਾ ਉਸ ਵੇਲੇ ਕੀਤਾ ਕਿ ਰਾਮਦਾਸ ਅੱਜ ਤੋਂ ਬਾਅਦ ਗੁਰਤਾ ਗੱਦੀ ਤੈਨੂੰ ਦਿੱਤੀ ਤੇ ਨਾਲ ਸਾਡੇ 6 ਸਾਲ 11 ਮਹੀਨੇ ਤੇ 20 ਦਿਨਾਂ ਦੀ ਜਿਹੜੀ ਉਮਰ ਬਾਕੀ ਰਹਿੰਦੀ ਆ, ਇਹ ਵੀ ਤੈਨੂੰ ਦਿੱਤੀ ਅੱਜ। ਸੋ ਉਹ ਜਿਹੜਾ ਅਸਥਾਨ ਸੀਗਾ ਨਾ, ਕਹਿੰਦੇ ਉਹ ਅਸਥਾਨ ਜਿਹੜਾ ਸੀਗਾ ਉਸ ਵੇਲੇ ਉੱਥੇ ਇੱਕ ਜਿਹੜਾ ਹਨ ਯਾਦਗਾਰੀ ਬਣੀ ਹੋਈ ਸੀ ਵੀ ਇੱਥੇ ਐਲਾਨ ਕੀਤਾ ਸੀ ਗੁਰੂ ਅਮਰਦਾਸ ਨੇ ਗੁਰੂ ਰਾਮਦਾਸ ਜੀ ਦੀ ਗੁਰਿਆਈ ਦਾ। ਸੋ ਇਹ ਜਿਹੜੀ ਗੱਲ ਹੈ, ਗੁਰਦੁਆਰਾ ਦਰਸ਼ਨ ਜਿਹੜੀ ਕਿਤਾਬ ਹੈ ਭਾਈ ਟਹਿਲ ਸਿੰਘ ਨੇ ਲਿਖੀ ਹੋਈ ਹੈ, ਉਹਨਾਂ ਨੇ ਇਹ ਜਿਹੜੀ ਹੈ 1920s ਦੇ ਵਿੱਚ ਛਪੀ ਹੋਈ ਹੈ। ਉਹਨਾਂ ਨੇ ਉੱਥੇ ਲਿਖਿਆ ਹੈ ਕਿ ਉਸ ਸਮੇਂ ਤੱਕ ਉੱਥੇ ਯਾਦਗਾਰੀ ਬਣੀ ਹੋਈ ਸੀ ਔਨ ਦ 4th ਸਟੈਪ ਆਫ ਬੌਲੀ ਸਾਹਿਬ, ਪਰ ਅੱਜ ਕੱਲ੍ਹ ਉਹ ਨਹੀਂ ਦਿਖਾਈ ਦਿੰਦੀ। ਉਹ ਨਿਸ਼ਾਨੀ ਵੀ ਢਾਹ ਦਿੱਤੀ ਹੈ। ਜਦੋਂ ਕਾਰ ਸੇਵਾ ਹੋਈ ਉਹਨਾਂ ਨੇ ਮੁੜ ਕੇ ਉਹ ਥੜਾ ਬਣਾਇਆ ਹੀ ਨਹੀਂ ਗਿਆ, ਅੱਗੇ ਥੜਾ ਬਣਿਆ ਹੋਇਆ ਸੀ। ਸੋ ਉੱਥੇ ਜਿਹੜਾ ਹੈ ਗੁਰੂ ਰਾਮਦਾਸ ਮਹਾਰਾਜ ਨੂੰ ਫਿਰ ਇਹ ਵੀ ਨਾਲ ਕਿਹਾ ਕਿ ਭਾਈ ਹੰਦਾਲੀਏ ਤੇ ਇਹਨਾਂ ਦੀ ਜਿਹੜੀ ਭਾਂਜੀ ਹੈ, ਇਹਨਾਂ ਦੀ ਸ਼ਾਦੀ ਦੀ ਜ਼ਿੰਮੇਵਾਰੀ ਤੁਹਾਡੀ ਹੈ। ਤਾਂ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਾ ਕੇ ਉਹਨਾਂ ਦਾ ਵਿਆਹ ਕਰਾਇਆ ਸੀਗਾ। ਤੇ ਉੱਥੇ ਫਿਰ ਮਹਾਰਾਜ ਨੇ ਜਿਹੜਾ ਹੈ ਆਪਣੇ ਜਿਹੜੀ ਮਰਿਆਦਾ ਸੀ ਵਿਆਹ ਦੀ ਉਹ ਵੀ ਸ਼ੁਰੂ ਕੀਤੀ। ਦੇਖੋ ਗੁਰੂ ਰਾਮਦਾਸ ਮਹਾਰਾਜ ਨੇ ਹੀ ਆਨੰਦ ਕਾਰਜ ਸ਼ੁਰੂ ਕੀਤਾ 4 ਲਾਵਾਂ ਕਰਕੇ। ਦੇਖੋ ਇੱਥੇ ਜਿਹੜਾ ਹੈ ਨਾ ਬ੍ਰਾਹਮਣਾਂ ਦੀ ਐਸੀ ਕੁੱਟਲ ਨੀਤੀ ਹੁੰਦੀ ਸੀ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਮਾਰਨ ਦੀ। ਤੇ ਗੁਰੂ ਅਮਰਦਾਸ ਦਾ ਸਮਾਂ ਹੀ ਸੀ ਜਦੋਂ ਅਕਬਰ ਨੂੰ ਜਾ ਕੇ ਬਾਦਸ਼ਾਹ ਜਿਹੜਾ ਹਿੰਦੁਸਤਾਨ ਦਾ ਸੀ ਉਹਨੂੰ ਵੀ ਜਾ ਕੇ ਚੁਗਲੀ ਕੀਤੀ। ਉੱਥੇ ਵੀ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਨੂੰ ਵੀ ਭੇਜਿਆ ਸੀਗਾ ਵੀ ਤੁਸੀਂ ਜਾ ਕੇ ਉੱਥੇ ਜਿਹੜਾ ਹੈ ਗੱਲਬਾਤ ਕਰੋ। ਇਉਂ ਕਰਕੇ ਜਿਹੜਾ ਹੈ ਦੇਖੋ ਇਹ ਜਿਹੜਾ ਪੰਡਤਾਂ ਦੇ ਜਿਹੜਾ ਹੈ ਇਹਨਾਂ ਨੇ ਕੋਈ ਧਰਮ ਦੁਨੀਆ ਦਾ ਰਹਿਣ ਨਹੀਂ ਦਿੱਤਾ। ਭਾਵੇਂ ਬੁੱਧ ਧਰਮ ਵੀ ਇਹਨਾਂ ਨੇ ਖਤਮ ਕਰਤਾ, ਇਹਨਾਂ ਨੇ ਕੁਝ ਰਹਿਣ ਨਹੀਂ ਦਿੱਤਾ ਕਿਉਂਕਿ ਇਹਨਾਂ ਦਾ ਜਿਹੜਾ ਸਸਟੇਨੈਂਸ ਇੰਨਾ ਜ਼ਰੂਰੀ ਸੀਗਾ ਉਹ ਗੱਲ ਵਿੱਚ। ਇਸ ਕਰਕੇ ਗੁਰੂ ਘਰ ਹੀ ਹੈ, ਗੁਰੂ ਨਾਨਕ ਦਾ ਘਰ ਹੀ ਹੈ ਜਿਹਨੇ ਧਰਮ ਸਾਂਝਾ ਸਾਰੀ ਦੁਨੀਆ ਨੂੰ ਦਿੱਤਾ ਹੈ, ਜਿਹਨੇ ਇੱਕ ਜਿਹੜਾ ਹੈ ਇਹ ਸਾਂਝਾ ਉਪਦੇਸ਼ ਸਿੱਖਾਂ ਨੂੰ, ਤੇ ਸਿੱਖ ਜਿਹੜੇ ਸਾਰੇ 4 ਬਰਾਦਰੀ ਦੇ, ਕੋਈ ਫਰਕ ਨਹੀਂ ਕਿਸੇ ਵਿੱਚ ਸਮਝਿਆ। ਮਹਾਰਾਜ ਨੇ ਸਾਰਾ ਇੱਕ ਜੈਸਾ ਇਹ ਜਿਹੜਾ ਹੈ ਉਪਦੇਸ਼ ਧਰਮ ਦਿੱਤਾ ਹੈ। ਅੱਜ ਵਡਿਆਈ ਹੈ ਨਾ, ਜੇ ਕੋਈ ਨੀਵੀਂ ਜਾਤੀਆਂ ਨੂੰ ਮਿਲਦੀ ਆ ਨਾ, ਕਿਹਦੇ ਕਰਕੇ ਮਿਲਦੀ ਆ? ਗੁਰੂ ਨਾਨਕ ਕਰਕੇ ਮਿਲਦੀ ਹੈ। ਇਹ ਗੱਲ ਉਹਨਾਂ ਨੂੰ ਕਿਤੇ ਨਹੀਂ ਭੁੱਲਣੀ ਚਾਹੀਦੀ ਸੀ। ਜੇ ਗੁਰੂ ਨਾਨਕ ਨਾ ਹੁੰਦੇ ਤਾਂ ਅੱਜ ਵੀ ਉਹ ਜਿਹੜੇ ਆ ਮਿੱਟੀ 'ਚ ਰੁਲਦੇ ਹੋਣੇ ਸੀਗੇ, ਉਹਨਾਂ ਦੀਆਂ ਕੁੱਲਾਂ ਸਲੇਵ ਬਣੇ ਹੋਣੇ ਸੀਗੇ ਜੇ ਗੁਰੂ ਨਾਨਕ ਨਾ ਹੁੰਦਾ। ਤੇ ਦੇਖੋ ਇਹ ਗੁਰੂ ਨਾਨਕ ਦੀ ਵਡਿਆਈ। ਇਸ ਕਰਕੇ ਇੱਥੇ ਜਿਹੜੀ ਸਾਖੀ ਆਈ ਹੈ ਕਸ਼ਮੀਰ ਵਿੱਚ ਵੀ ਐਸਾ ਹੋ ਰਿਹਾ ਹੈ, ਜੋ ਭਾਈ ਮਾਧੋ ਨੂੰ ਬਹੁਤ ਜਿਹੜੇ ਆਬਸਟਰਕਸ਼ਨ ਆ ਰਹੇ ਹਨ, ਇਸ ਕਰਕੇ ਆ ਰਹੇ ਹਨ। ਤਾਂ ਮਾਧੋ ਸੋਢੀ ਨੂੰ ਆਗਿਆ ਹੋਈ, ਤੇਰੇ ਵਚਨਾਂ ਵਿੱਚ ਮੈਂ ਬਲ ਪਾਇਆ ਹੈ। ਭਾਈ ਮਾਧੋ ਸੋਢੀ ਨੂੰ ਦੇਖੋ ਕਿਹੋ ਜਿਹਾ ਬਚਨ ਗੁਰੂ ਅਰਜਨ ਦੇਵ ਜੀ ਨੇ ਕੀਤਾ। ਕਹਿੰਦੇ ਮਾਧੋ ਸੋਢੀ ਤੇਰੇ ਵਚਨਾਂ ਵਿੱਚ ਬਲ ਤਾਕਤ ਸਤਾ ਸਾਡੀ ਹੈ, ਤੇਰੀ ਰਸਨਾ ਤੇ ਗੁਰੂ ਨਾਨਕ ਬੈਠਾ ਹੈ, ਤੂੰ ਜੋ ਬੋਲੇਗਾ ਉਹ ਹੋਵੇਗਾ। ਕਹਿੰਦੇ ਮਾਧੋ ਜਦੋਂ ਵੀ ਤੈਨੂੰ ਕੋਈ ਸਵਾਲ ਕਰਦਾ ਤੂੰ ਉਹਦਾ ਜਵਾਬ ਦੇਈਂ, ਕਿਉਂਕਿ ਤੂੰ ਨਹੀਂ ਬੋਲ ਰਿਹਾ, ਗੁਰੂ ਨਾਨਕ ਬੋਲ ਰਿਹਾ ਹੈ। ਤੈਨੂੰ ਨਹੀਂ ਕੋਈ ਜਿਹੜਾ ਹੈ ਫਿਕਰ ਕਰਨ ਦੀ ਲੋੜ। ਜਿਹੜਾ ਮਰਜੀ ਵੇਦ ਸ਼ਾਸਤਰ ਦੀਆਂ ਸੁਰਤੀਆਂ ਪੜ੍ਹ ਦੇਵੇ, ਉਹਦੇ ਅਰਥ ਗੁਰੂ ਨਾਨਕ ਤੇਰੀ ਰਸਨਾ ਤੇ ਬਹਿ ਕੇ ਕਰੇਗਾ। ਤੈਨੂੰ ਕੋਈ ਫਿਕਰ ਹੀ ਨਹੀਂ ਹੈਗਾ। ਤੂੰ ਜਾਇ ਕੇ ਕਸ਼ਮੀਰ ਗੁਰਸਿੱਖੀ ਦੀ ਰੀਤ ਚਲਾਓ। ਕਹਿਣ ਲੱਗੇ ਇਸ ਕਰਕੇ ਤੂੰ ਕਸ਼ਮੀਰ ਵਿੱਚ ਜਿਹੜਾ ਹੈ ਰਹਿ ਕਰਕੇ
ਉੱਥੇ ਰਹਿ ਕਰਕੇ ਤੂੰ ਗੁਰਸਿੱਖੀ ਦੀ ਰੀਤ ਚਲਾ, ਬਿਨਾਂ ਭੈ ਖਾਦਿਆਂ, ਕਿਸੇ ਤੋਂ ਡਰ ਨਹੀਂ ਮੰਨਣਾ। ਤਾਂ ਮਾਧੋ ਅਰਦਾਸ ਕੀਤੀ ਤਾਂ ਮਾਧੋ ਨੇ ਫਿਰ ਅਰਦਾਸ ਕੀਤੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ। ਜੀ ਉਹ ਕਰਮਕਾਂਡੀ ਹੈ ਨਾ। ਮਹਾਰਾਜ ਉਹ ਤਾਂ ਕਰਮ ਕਾਂਡੀ ਨੇ, ਉਹ ਤਾਂ ਕਰਮਾਂ ਵਿੱਚ ਫਸੇ ਹੋਏ ਹਨ। ਉਹ ਤਾਂ ਕਹਿੰਦੇ ਵੀ ਇਹ ਹੋ ਸਕਦਾ, ਉਹ ਨਹੀਂ ਹੋ ਸਕਦਾ, ਜੇ ਇਹ ਹੋ ਗਿਆ ਤਾਂ ਇਹ ਕਰਨਾ ਪਊ। ਮਹਾਰਾਜ ਇਹ ਜਿਹੇ ਕਰਮਾਂ, ਪ੍ਰਾਸ਼ਚਿਤ ਕਰਮਾਂ ਵਿੱਚ, ਵਿਕਰਮ ਵਿੱਚ ਜਿਹੜੇ ਫਸੇ ਹੋਏ ਹਨ, ਉਹ ਕਰਮਾਂ ਵਿੱਚ ਤੇ ਉਪਾਸਨਾ ਨੂੰ ਨਹੀਂ ਜਾਣਦੇ। ਉਹ ਉਪਾਸਨਾ, ਇੱਕ ਡਿਵੋਸ਼ਨ ਜੋ ਪਰਮਾਤਮਾ ਨਾਲ ਹੈ, ਉਹ ਨਹੀਂ ਜਾਣਦੇ। ਉਹ ਦੇਵਤਿਆਂ ਤੋਂ ਉੱਤੇ ਤਾਂ ਉੱਠਦੇ ਹੀ ਕੋਈ ਨਹੀਂ ਹੈਗੇ। ਸੋ ਇਸ ਕਰਕੇ ਮਹਾਰਾਜ ਉਹ ਪਰਮੇਸ਼ਰ ਦੀ ਉਪਾਸਨਾ ਨਹੀਂ ਕਰਦੇ। ਬਚਨ ਹੋਇਆ ਜਾਣਦੇ ਹੈ ਪਰ ਕਮਾਵਦੇ ਨਹੀਂ। ਦੇਖੋ ਗੁਰੂ ਸਾਹਿਬ ਜੀ ਕਹਿੰਦੇ ਪੰਡਤ ਲੋਕ ਜਿਹੜੇ ਹਨ ਨਾ, ਗਿਆਨ ਤਾਂ ਉਹਨਾਂ ਕੋਲ ਬਹੁਤ ਹੈ, ਨੋ ਡਾਊਟ, ਪਰ ਉਹ ਕਮਾਉਂਦੇ ਨਹੀਂ, ਉਹ ਪ੍ਰੈਕਟਿਸ ਨਹੀਂ ਕਰਦੇ, ਉਹ ਸਿਰਫ ਵੇਚਦੇ ਹੀ ਹੈ। ਵੇਚ ਕੇ ਆਪਣਾ ਜਿਹੜਾ ਹੈ, ਕਈ ਹੰਕਾਰ ਵਧਾ ਲੈਂਦੇ, ਕਈ ਮਾਇਆ ਵਧਾ ਲੈਂਦੇ ਨੇ, ਬਸ ਇਹੀ ਕਾਰਜ ਕਰਦੇ ਨੇ। ਉਹ ਕਹਿੰਦੇ ਉਹ ਕਮਾਉਂਦੇ ਨਹੀਂ, ਗੱਲਾਂ ਹੀ ਕਰਦੇ ਹਨ। ਤੇਰਾ ਦਰਸ਼ਨ ਕਰਕੇ ਕਮਾਵਣਗੇ। ਦੇਖੋ ਕਿਹੋ ਜਿਹਾ ਬਚਨ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਵਰ ਦਿੱਤਾ ਭਾਈ ਮਾਧੋ ਸੋਢੀ ਨੂੰ, ਕਹਿੰਦੇ ਤੁਹਾਡੇ ਦਰਸ਼ਨ ਕਰਕੇ ਪੰਡਤ ਜਿਹੜੇ ਬ੍ਰਾਹਮਣ ਹਨ, ਉਹ ਵੀ ਜਿਹੜੇ ਹਨ ਕਮਾਉਣ ਲੱਗ ਜਾਣਗੇ ਗੁਰਬਾਣੀ ਨੂੰ। ਉਹਨਾਂ ਦੇ ਜੀਵਨ ਵਿੱਚ ਵੀ ਸੱਚ ਆ ਜਾਏਗਾ ਤੇ ਉਹ ਵੀ ਕਮਾਉਣਾ ਸ਼ੁਰੂ ਕਰਨਗੇ। ਜੈਸੇ ਪੰਡਤਾਂ ਨੂੰ ਸੰਸਕ੍ਰਿਤ ਹੈ, ਤੈਸੇ ਸਿੱਖਾਂ ਨੂੰ ਗੁਰੂ ਕਾ ਸ਼ਬਦ ਪਿਆਰਾ ਹੈ। ਦੇਖੋ ਜਿਵੇਂ ਪੰਡਤਾਂ ਨੂੰ ਆਪਣੀ ਸੰਸਕ੍ਰਿਤ ਭਾਸ਼ਾ ਨਾਲ ਪਿਆਰ ਹੈ, ਇਸੇ ਤਰ੍ਹਾਂ ਹੀ ਗੁਰਸਿੱਖਾਂ ਨੂੰ ਗੁਰਬਾਣੀ ਨਾਲ ਪਿਆਰ ਹੈ। ਤਾਂ ਭਾਈ ਮਾਧੋ ਕਸ਼ਮੀਰ ਗਿਆ, ਤਾਂ ਭਾਈ ਮਾਧੋ ਜੀ ਕਸ਼ਮੀਰ ਫਿਰ ਗਿਆ, ਗੁਰੂ ਕੀ ਬਾਣੀ ਦੀ ਕਥਾ ਲੱਗਾ ਕਰਨੇ। ਉੱਥੇ ਜਾ ਕਰਕੇ ਭਾਈ ਮਾਧੋ ਜੀ ਨੇ ਗੁਰਬਾਣੀ ਦੀ ਕਥਾ ਕਰਨੀ ਸ਼ੁਰੂ ਕੀਤੀ ਤੇ ਗੁਰਬਾਣੀ ਦੀ ਕਥਾ ਬੜੇ ਹੀ ਜਿਹੜਾ ਹਨ ਡੂੰਘਾਈ ਨਾਲ ਕਰਨ ਲੱਗੇ। ਅੰਤਰੀਫ ਅਰਥ, ਭਾਵਾਰਥ, ਜਿਹੜੇ ਬੜੇ ਸੋਹਣੀ ਕਥਾ ਕਰਨ ਲੱਗੇ ਭਾਈ ਮਾਧੋ ਜੀ। ਤਾਂ ਪੰਡਤਾਂ ਕਹਿਆ ਅਸੀਂ ਭਾਖਾ ਬਾਣੀ ਨਹੀਂ ਮੰਨਦੇ। ਤੇ ਪੰਡਤਾਂ ਨੇ ਕਿਹਾ ਅਸੀਂ ਭਾਖਾ ਵਿੱਚ ਲਿਖੀ ਹੋਈ ਇਹ ਗੁਰਬਾਣੀ ਨੂੰ ਨਹੀਂ ਮੰਨਦੇ, ਅਸੀਂ ਤਾਂ ਉਹ ਜਿਹੜੀ ਦੇਵ ਭਾਸ਼ਾ ਸੰਸਕ੍ਰਿਤ ਨੂੰ ਮੰਨਣ ਵਾਲੇ ਹਾਂ। ਭਾਈ ਮਾਧੋ ਕਹਿਆ ਕ੍ਰਿਤ ਭਾਵੇਂ ਧਾਤ ਦੇ ਬਾਸਨ ਮੈਂ ਹੋਵੇ, ਭਾਵੇਂ ਮਿੱਟੀ ਦੇ ਬਾਸਨ ਮੈਂ ਹੋਵੇ। ਦੇਖੋ ਇਹਦੇ ਬਾਰੇ ਕੀ ਦੱਸਦੇ ਹਨ ਭਾਈ ਮਾਧੋ ਜੀ ਨੇ ਜਵਾਬ ਦਿੱਤਾ। ਕਹਿੰਦੇ ਜੇ ਘਿਓ ਜਿਹੜਾ ਹੁੰਦਾ ਹੈ ਨਾ, ਚਾਹੇ ਕਹਿੰਦੇ ਉਹ ਜਿਹੜਾ ਧਾਤ ਮੀਨਸ ਮਿੱਟੀ ਦੇ ਭਾਂਡੇ ਵਿੱਚ ਪਾ ਲਓ, ਜਿਹੜਾ ਮਿੱਟੀ ਦੇ ਭਾਂਡੇ 'ਚ ਪਾ ਲਓ, ਚਾਹੇ ਧਾਤ, ਚਾਹੇ ਮਟੀਰੀਅਲ ਜਿਹੜਾ ਹੈ ਮੈਟਲ ਦੇ ਵਿੱਚ ਪਾ ਲਓ, ਚਾਹੇ ਉਹ ਜਿਹੜਾ ਧਾਤ ਮੈਟਲ ਵਿੱਚ ਹੋਵੇ, ਚਾਹੇ ਉਹ ਮਿੱਟੀ ਦੇ ਭਾਂਡੇ ਵਿੱਚ ਹੋਵੇ ਘਿਓ। ਖਿਰਤ ਕੇ ਲੈਣੇ ਵਾਲਾ ਭਾਂਡਾ ਨਹੀਂ ਵੇਖਦਾ। ਦੇਖੋ ਕਿਰਤ ਲੈਣ ਵਾਲਾ, ਘਿਓ ਲੈਣ ਵਾਲਾ ਬੰਦੇ ਨੂੰ ਸਰਬੰਧ ਆਪਣਾ, ਉਹਦਾ ਜਿਹੜਾ ਹੈ ਉਹਦੀ ਲੋੜ ਘਿਓ ਹੈ, ਭਾਂਡਾ ਨਹੀਂ। ਚਾਹੇ ਉਹ ਭਾਂਡਾ ਜਿਹੜਾ ਹੈ ਲੋਹੇ ਦਾ ਹੋਵੇ, ਚਾਹੇ ਭਾਂਡਾ ਉਹ ਮਿੱਟੀ ਦਾ ਹੋਵੇ, ਜਿਹਨੇ ਘਿਓ ਲੈਣਾ ਉਹਨੂੰ ਕੀ ਪਿਆ ਵੀ ਕਿਹੜਾ ਭਾਂਡਾ ਹੋਵੇ। ਹੁਣ ਜਿਵੇਂ ਆਪਾਂ ਵੀ ਜਾਂਦੇ ਸੁਪਰਮਾਰਕੀਟ ਨੂੰ, ਆਪਾਂ ਵੀ ਜਾ ਕੇ ਚੀਜ਼ਾਂ ਲੈਂਦੇ ਹਾਂ, ਚੀਜ਼ਾਂ ਲੈ ਕੇ ਆਪਾਂ ਨੂੰ ਪਲਾਸਟਿਕ ਬੈਗ ਕੋਈ ਦੇਵੇ ਜਾਂ ਪੇਪਰ ਬੈਗ ਦੇਵੇ, ਆਪਾਂ ਨੂੰ ਕੀ ਫਰਕ ਪੈਂਦਾ? ਆਪਾਂ ਤਾਂ ਚੀਜ਼ਾਂ ਲਈਆਂ, ਉਹ ਪੇਪਰ ਬੈਗ ਤੇ ਉਹ ਜਿਹੜਾ ਪਲਾਸਟਿਕ ਬੈਗ ਹੋਇਆ, ਉਹ ਤਾਂ ਚੱਕਣ ਵਾਸਤੇ ਹੀ ਚਾਹੀਦਾ ਹੈ ਨਾ, ਉਹ ਤਾਂ ਸਿਰਫ ਇੱਕ ਵਸੀਲਾ ਹੈ, ਉਹਨੂੰ ਜਿਹੜਾ ਹੈ ਇਕੱਠਾ ਕਰਕੇ ਚੱਕਣ ਦਾ ਵਸੀਲਾ ਹੈ। ਸੋ ਉਹਨੂੰ ਜਿਹੜਾ ਹੈ ਕੰਟੇਨ ਕਰਨ ਦਾ ਤਰੀਕਾ ਹੈ। ਸੋ ਕਿ ਮਹਾਰਾਜ ਜਿਹੜਾ ਭਾਈ ਮਾਧੋ ਕਹਿੰਦੇ ਗੁਰੂ ਜਿਹੜਾ ਹੈ ਪਰਮੇਸ਼ਰ ਦਾ ਨਾਮ ਹੈ, ਚਾਹੇ ਤੁਸੀਂ ਸੰਸਕ੍ਰਿਤ ਰੂਪੀ ਭਾਂਡੇ ਵਿੱਚ ਪਾ ਲਓ, ਚਾਹੇ ਤੁਸੀਂ ਭਾਖਾ ਰੂਪੀ ਗੁਰਬਾਣੀ ਵਿੱਚ ਪਾ ਲਓ, ਇਹਦੇ 'ਚ ਕੀ ਫਰਕ ਪੈਂਦਾ? ਹੁਣ ਜਿਹੜਾ ਭਾਂਡਾ ਹੀ ਹੈ ਨਾ, ਬੋਲੀ ਦਾ ਕੀ ਫਰਕ ਪੈਂਦਾ ਹੈ? ਜੇ ਉਹੀ ਉਪਦੇਸ਼ ਕੋਈ ਸਰਟਨ ਬੋਲੀ ਵਿੱਚ ਕਰ ਲਵੇ ਤਾਂ ਕੀ ਫਰਕ ਪਵੇਗਾ? ਐਸੇ ਮਹਾਰਾਜ ਦਾ ਨਾਮ ਔਰ ਆਤਮ ਗਿਆਨ। ਦੇਖੋ ਐਸਾ ਹੀ ਹੈ, ਪਰ ਇੱਕ ਗੱਲ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰਬਾਣੀ ਜਿਹੜੀ ਭਾਖਾ ਵਿੱਚ ਮਹਾਰਾਜ ਨੇ ਲਿਖ ਦਿੱਤੀ ਹੈ, ਭਾਖਾ ਜਿਹੜੀ ਗੁਰਬਾਣੀ ਲਿਖੀ ਹੈ, ਇਹ ਮਹਾਰਾਜ ਨੇ ਇਹਨੂੰ ਨਾਂ ਦਿੱਤਾ ਗੁਰਬਾਣੀ, ਜੋ ਗੁਰੂ ਦੇ ਮੁਖ ਤੋਂ ਜਿਹੜੀ ਉਚਾਰੀ ਹੋਈ ਬਾਣੀ ਹੈ ਇਹ। ਇਸ ਕਰਕੇ ਭਾਖਾ ਜਿਹੜੀ ਬਾਣੀ ਹੈ, ਇਸ ਆਲਰੇਡੀ ਬੀਨ ਸਿੰਪਲੀਫਾਈਡ। ਇਹ ਜਿਹੜਾ ਹੈ ਇਹ ਤੋਂ ਵੱਧ ਸਿੰਪਲੀਫਾਈਡ ਹੋ ਨਹੀਂ ਸਕਦੀ, ਇੰਨੀ ਸਿੰਪਲੀਫਾਈਡ ਮਹਾਰਾਜ ਨੇ ਕਰ ਦਿੱਤੀ ਹੈ। ਉਹਦੇ ਵਿੱਚ ਬਾਣੀ ਉਚਾਰਨ ਕਰ ਦਿੱਤੀ, ਆਪਣਾ ਸਰੂਪ ਮਹਾਰਾਜ ਨੇ ਗੁਰਬਾਣੀ ਰੂਪ ਬਣਾ ਲਿਆ ਹੈ। ਸੋ ਇਸ ਕਰਕੇ ਇਹ ਤੋਂ ਵੱਧ ਤਾਂ ਸਿੰਪਲੀਫਾਈਡ ਨਹੀਂ ਹੋਣੀ। ਤੇ ਇਹ ਨਾ ਕਿਤੇ ਸੋਚੋ ਕਿ ਗੁਰਸਿੱਖ ਇਹਨਾਂ ਤੋਂ ਅਰਥ ਇਹ ਨਾ ਲੈ ਲਿਓ ਵੀ ਚਾਹੇ ਮੈਂ ਇੰਗਲਿਸ਼ ਦੇ ਵਿੱਚ ਗੁਰਬਾਣੀ ਪੜ੍ਹੀ ਜਾਵਾਂ, ਜਿਵੇਂ ਹੁਣ ਸਪੈਨਿਸ਼ ਦੇ ਵਿੱਚ ਉਹਨਾਂ ਨੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਟਰਾਂਸਲੇਟ ਕਰ ਲਿਆ। ਸੋ ਉਹ ਟਰਾਂਸਲੇਟ ਕੀਤਾ ਹੋਇਆ ਉਹਦਾ ਟਰਾਂਸਲੇਸ਼ਨ ਨੂੰ, ਟਰਾਂਸਲੀਟਰੇਸ਼ਨ ਨਹੀਂਗਾ, ਟਰਾਂਸਲੇਸ਼ਨ ਨੂੰ ਉਹ ਪੜ੍ਹਦੇ ਹਨ, ਉਹਦਾ ਅਖੰਡ ਪਾਠ ਕਰਦੇ ਹਨ। ਭਾਈ ਉਹਦਾ ਕੋਈ ਜਿਹੜਾ ਹੈ ਬਹੁਤਾ ਫਾਇਦਾ ਨਹੀਂ, ਕਿਉਂਕਿ ਟਰਾਂਸਲੇਸ਼ਨ ਨੂੰ ਤੁਸੀਂ ਪੜ੍ਹੋਗੇ ਤਾਂ ਜਿਹੜਾ ਟਰਾਂਸਲੇਸ਼ਨ ਕਰ ਰਿਹਾ ਹੈ ਤਾਂ ਫਿਰ ਤੁਸੀਂ ਉਹਦੇ ਵਰਡਸ ਪੜ੍ਹ ਰਹੇ ਹੋ ਨਾ। ਇਸ ਕਰਕੇ ਗੁਰਬਾਣੀ ਜਿਹੜੀ ਪੜ੍ਹਨੀ ਗੁਰਮੁਖੀ ਅੱਖਰਾਂ ਵਿੱਚ ਹੀ ਪੜ੍ਹਨੀ ਚਾਹੀਦੀ ਹੈ। ਟਰਾਂਸਲੀਟਰੇਸ਼ਨ ਦੇ ਵਿੱਚ ਵੀ ਬਹੁਤ ਫਰਕ ਪੈ ਜਾਂਦਾ ਹੈ, ਪ੍ਰੋਨਾਊਂਸੀਏਸ਼ਨ ਦਾ ਉਹ ਗੱਲ ਨਹੀਂ ਬਣਦੀ। ਇਸ ਕਰਕੇ ਗੁਰਬਾਣੀ ਜਿਹੜੀ ਗੁਰਮੁਖੀ ਅੱਖਰ ਪੜ੍ਹਨੇ ਬਹੁਤ ਬਹੁਤ ਜ਼ਰੂਰੀ ਨੇ। ਭਾਵੇਂ ਕੋਈ ਸਪੈਨਿਸ਼ ਹੈ, ਭਾਵੇਂ ਕੋਈ ਜਿਹੜਾ ਹੈ ਕੋਈ ਵੀ ਬੋਲੀ ਬੋਲਦਾ ਹੋਵੇ, ਉਹਨੂੰ ਗੁਰਮੁਖੀ ਪੜ੍ਹਨੀ ਅਤੀ ਜ਼ਰੂਰੀ ਹੈ।
ਬਿਕੋਜ਼ ਇਹ ਗੁਰੂ ਦੀ ਭਾਖਾ ਹੈ। ਆਪਾਂ ਇਹ ਨਹੀਂ ਕਹਿੰਦੇ ਕਈ ਲੈ ਕਹਿਣਗੇ ਹਾਂ ਤੁਸੀਂ ਤਾਂ ਉਹ ਗੱਲ ਕਰ ਰਹੇ ਜਿਵੇਂ ਪੰਡਿਤ ਕਰਦੇ ਸਨ ਵੀ ਸੰਸਕ੍ਰਿਤ ਇਹ ਭਾਸ਼ਾ ਹੈ ਇਹ ਬਾਣੀ। ਦੇਖੋ ਜਿਹੜਾ ਉਪਦੇਸ਼ ਗੁਰੂ ਦੀ ਬਾਣੀ ਦਾ ਹੈ ਨਾ ਇਹ ਵੱਖਰਾ ਹੈ, ਕਿਉਂਕਿ ਮਹਾਰਾਜ ਉਹਨੂੰ ਸਿੰਪਲੀਫਾਈਡ ਕਰ ਚੁੱਕੇ ਨੇ। ਉਹਦੇ ਜਿਹੜੇ ਐਗਜ਼ਾਮਪਲਸ ਵੀ ਲੋਕਲ ਐਗਜ਼ਾਮਪਲਸ ਦੇ ਚੁੱਕੇ ਨੇ ਸਮਝਾਉਣ ਵਾਸਤੇ। ਦੂਜੀ ਬਖਸ਼ਿਸ਼ ਇਹ ਹੈ ਗੁਰਬਾਣੀ ਇਜ਼ ਦ ਗੁਰੂ। ਤਾਂ ਉਹ ਗੁਰਬਾਣੀ ਗੁਰੂ ਹੈ। ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਹਨ ਜਾਗਦੀ ਜੋਤ ਨੇ ਆਪਣੇ। ਸੋ ਇਸ ਕਰਕੇ ਗੁਰਬਾਣੀ ਇਸ ਅਵ ਗੁਰੂ, ਉਹਦੇ ਕਰਕੇ ਤੁਸੀਂ ਗੁਰੂ ਨੂੰ ਚੇਂਜ ਨਹੀਂ ਕਰ ਸਕਦੇ। ਸੋ ਇਸ ਕਰਕੇ ਇਹ ਜਿਹੜੀ ਹੈ ਇਹਦੇ ਵਿੱਚ ਆਪਾਂ ਨੂੰ ਥੋੜੀ ਸਮਝ ਚਾਹੀਦੀ ਹੈ। ਤੈਸੇ ਮਹਾਰਾਜ ਦਾ ਨਾਮ ਔਰ ਆਤਮ ਗਿਆਨ। ਦੇਖਿਆ ਐਸੇ ਤਰ੍ਹਾਂ ਹੀ ਮਹਾਰਾਜ ਦਾ ਉਹ ਪਰਮੇਸ਼ਰ ਦਾ ਜੋ ਗੁਰੂ ਮਹਾਰਾਜ ਦੇ ਮੁਖ ਤੋਂ ਨਾਮ ਰੂਪੀ ਜਿਹੜਾ ਉਪਦੇਸ਼ ਆਉਂਦਾ ਹੈ ਉਹੀ ਆਤਮ ਗਿਆਨ ਹੈ। ਭਾਵੇਂ ਸੰਸਕ੍ਰਿਤ ਦੀ ਬਾਣੀ ਵਿੱਚ ਹੋਵੇ ਭਾਵੇਂ ਭਾਖਾ ਵਿੱਚ ਭਾਵੇਂ ਉਹ ਸੰਸਕ੍ਰਿਤ ਦੀ ਬਾਣੀ ਵਿੱਚ ਦੱਸਿਆ ਜਾਵੇ ਭਾਵੇਂ ਭਾਖਾ ਵਿੱਚ ਦੱਸਿਆ ਜਾਵੇ, ਇਹੋ ਨਾਮ ਸਰਬ ਦਾ ਕਲਿਆਣ ਕਰਦਾ ਹੈ। ਇਹੀ ਨਾਮ ਹੈ ਜਿਹੜਾ ਸਾਰਿਆਂ ਦੀ ਕਲਿਆਣ ਮੁਕਤੀ ਕਰਦਾ ਹੈ। ਕਿਉਂ ਜੋ ਤੁਸੀਂ ਵੀ ਭਾਖਾ ਵਿੱਚ ਸਭਨਾਂ ਨੂੰ ਸਮਝਾਵਦੇ ਹੋ। ਕਹਿੰਗੇ ਦੇਖੋ ਹੁਣ ਜਦੋਂ ਤੁਸੀਂ ਅਰਥ ਕਰਦੇ ਹੋ ਵੇਦਾਂ ਦੇ, ਸ਼ਾਸਤਰਾਂ ਦੇ, ਸਿਮਰਤਿਆਂ ਦੇ, ਹੁਣ ਤੁਸੀਂ ਪੜ੍ਹਦੇ ਹੋ ਤਾਂ ਸੰਸਕ੍ਰਿਤ ਉਹ ਭਾਸ਼ਾ ਪੜ੍ਹਦੇ, ਪਰ ਜਦੋਂ ਉਹਦੇ ਅਰਥ ਕਰਦੇ ਤਾਂ ਭਾਖਾ ਵਿੱਚ ਹੀ ਕਰਦੇ ਆ ਨਾ। ਜੇ ਤੁਸੀਂ ਸੰਸਕ੍ਰਿਤ ਪੜ੍ਹੋਗੇ ਤਾਂ ਕਿਸੇ ਨੂੰ ਸਮਝ ਨਹੀਂ ਆਉਣੀ। Nobody could understand. But when you do the meanings, you do in a language that is understood by the locals, by the people. ਸੋ ਉਹਦੇ ਵਿੱਚ ਆਪਾਂ ਅਰਥ ਕਰਦੇ ਆ, ਫਿਰ ਵੀ ਤਾਂ ਤੁਸੀਂ ਭਾਖਾ 'ਚ ਕਰਦੇ ਹੋ ਨਾ। ਹੁਣ ਸੁਣਨ ਵਾਲਿਆਂ ਦੇ ਪੱਲੇ 'ਚ ਕੀ ਪੈ ਰਿਹਾ? ਭਾਖਾ ਹੀ ਪੈ ਰਹੀ ਹੈ ਨਾ, ਤੁਹਾਡੀ ਸੰਸਕ੍ਰਿਤ ਤਾਂ ਨਹੀਂ ਨਾ ਪੈ ਰਹੀ। ਇਸ ਕਰਕੇ ਤਾਂ ਉਹਨਾਂ ਕਹਿਆ ਅਸੀਂ ਮੋਟੀ ਬੁੱਧ ਵਾਲਿਆਂ ਨੂੰ ਸਮਝਾਵਦੇ ਹਾਂ। ਕਿਉਂ ਹੋ ਗਏ ਪੰਡਤ ਕਹਿੰਦੇ ਮੁੜ ਕੇ ਹਾਂ ਅਸੀਂ ਭਾਖਾ 'ਚ ਕਥਾ ਕਰਦੇ ਹਾਂ। ਕਿਉਂ ਪਤਾ? ਕਹਿੰਦੇ ਮੋਟੀ ਅਕਲ ਵਾਲੇ ਆ ਲੋਕ ਸਾਰੇ। ਇੰਨੀ ਬਰੀਕ ਹੁੰਦੀ ਆ ਵੈਰੀ ਇੰਟੈਲੀਜੈਂਟ ਬੁੱਧੀ ਜਿਹੜੀ ਹੈ, ਇੰਟੈਲੈਕਟ ਵਿਚ ਇਜ਼ ਵੈਰੀ ਇੰਟੈਲੀਜੈਂਟ। ਜਿਹੜੀ ਮੋਟੀ ਹੁੰਦੀ ਆ ਉਹ ਹੁੰਦੀ ਆ ਵੀ ਜਿਹੜੇ ਬੰਦੇ ਪਕੜ ਨਹੀਂ ਕਰਦੇ ਛੇਤੀ ਗੱਲ ਦੇ, ਉਹ ਮੋਟੀ ਅਕਲ ਵਾਲੇ ਕਹਿੰਦੇ ਹਨ। ਜਾਂ ਆਪਾਂ ਸਟੂਪਿਡ ਨਹੀਂ ਕਵਾਂਗੇ, ਸਟੂਪਿਡ ਤਾਂ ਹੋਰ ਤਰ੍ਹਾਂ ਚੱਲ ਜਾਂਦਾ ਹੈ। ਉਹ ਹੁੰਦਾ ਵੀ ਜਿਹੜੇ ਸਲੋ ਲਰਨਰਸ ਹਨ, ਜਿਨ੍ਹਾਂ ਦਾ ਬੈਕਗ੍ਰਾਉਂਡ ਨੌਲੇਜ ਨਹੀਂ ਹੁੰਦਾ। ਕਹਿੰਦੇ ਉਹ ਜਿਹੜੇ ਬੰਦੇ ਨੇ ਉਹ ਮੋਟੀ ਅਕਲ ਵਾਲੇ ਨੇ, ਉਹਨਾਂ ਦੇ ਪੱਲੇ ਕੁਝ ਪੈਂਦਾ ਹੀ ਨਹੀਂ। ਇਸ ਕਰਕੇ ਸਾਨੂੰ ਭਾਖਾ ਵਿੱਚ ਸਮਝਾਉਣਾ ਪੈਂਦਾ ਹੈ। ਤਾਂ ਭਾਈ ਮਾਧੋ ਕਹਿਆ ਗੁਰੂ ਜੀ ਵੀ ਕਲਯੁਗ ਦੇ ਜੀਆਂ ਵਾਸਤੇ ਭਾਖਾ ਬਾਣੀ ਕੀਤੀ ਹੈ। ਭਾਈ ਮਾਧੋ ਜੀ ਹੱਸ ਕੇ ਕਹਿੰਦੇ ਪੰਡਤ ਜੀ ਇਸੇ ਕਰਕੇ ਤਾਂ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਮਹਾਰਾਜ ਨੇ ਤਾਂ ਭਾਖਾ 'ਚ ਬਾਣੀ ਕਹੀ ਆ ਨਾ, ਲੋਕਾਂ ਦੀ ਬੁੱਧੀ ਨੂੰ ਦੇਖ ਕੇ ਵੀ ਲੋਕਾਂ ਕੋਲ ਇੰਨਾ ਸਮਾਂ ਨਹੀਂ, ਇੰਨੀ ਬੁੱਧੀ ਨਹੀਂ, ਇੰਨੀ ਇਨੀਸ਼ੀਏਟਿਵ, ਇੰਨੀ ਜਿਹੜੀ ਕਮਾਈ ਲੋਕਾਂ ਕੋਲ ਹੈ ਨਹੀਂ। ਐਂਡ ਮੋਰ ਓਵਰ ਕਹਿੰਦੇ ਉਹਨਾਂ ਦੀ ਉਮਰ ਵੀ ਥੋੜੀ ਆ ਨਾ। ਇੰਨੀ ਉਮਰ 'ਚ ਕੀ ਕਰਨਗੇ? ਕਮਾਈ ਕਰਨਗੇ, ਖਾਣਗੇ ਜਾਂ ਫਿਰ ਪੜ੍ਹਾਈ ਕਰਨਗੇ, ਕੀ ਕਰਨਗੇ? ਇਸ ਕਰਕੇ ਮਹਾਰਾਜ ਨੇ ਭਾਖਾ ਵਿੱਚ ਬਾਣੀ ਕਹੀ ਹੈ ਜਿਹੜੀ ਸੌਖੀ ਪੜ੍ਹੀ ਜਾਵੇ, ਸਮਝੀ ਜਾਵੇ ਤੇ ਕਮਾਈ ਜਾਵੇ। ਸੋਈ ਪਾਰ ਬ੍ਰਹਮ ਵਿਸ਼ਨ ਰੂਪ ਧਾਰ ਕੇ ਜੋਗ ਨਿੰਦਰਾ ਮੈਂ ਸਵਾਸ ਲੀਤੇ ਹੈ। ਦੇਖੋ ਹੁਣ ਭਾਈ ਮਾਧੋ ਜੀ ਵੀ ਗਿਆਨੀ ਸਨ। ਦੇਖੋ ਕਹਿੰਦੇ ਜਿਹੜਾ ਪਾਰ ਬ੍ਰਹਮ ਵਿਸ਼ਨੂੰ ਜਿਹਨੂੰ ਤੁਸੀਂ ਕਹਿੰਦੇ ਹੋ, ਪਾਰ ਬ੍ਰਹਮ ਵਿਸ਼ਨੂੰ ਨੇ ਵੀ ਮਹਾਵਾਕਿਆ ਕਿਹਾ ਸੀਗਾ। 4 ਮਹਾਵਾਕਿਆ ਮੰਨੇ ਜਾਂਦੇ ਨੇ। ਸੋ ਉਹ 4 ਮਹਾਵਾਕਿਆ ਜੋ 3-3 ਅੱਖਰਾਂ ਵਾਲੇ ਹਨ, ਕਹਿੰਦੇ ਉਹ ਵੀ ਤਾਂ ਜਿਹੜੇ ਹਨ ਜਿਹੜਾ ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਤੇ ਉਹਨਾਂ ਤੋਂ ਫਿਰ 4 ਵੇਦ ਬਣੇ। ਸੋ ਹੁਣ ਉਹਨਾਂ ਤੋਂ 4 ਵੇਦ ਜਿਹੜੇ ਬਣੇ ਹਨ ਸਾਰੇ 3 ਥੀ ਵੇਦ ਹੋਏ ਹਨ। ਉਹਨਾਂ ਥੀ ਵੇਦ ਬਣੇ ਹਨ। ਉਹ 3 ਜਿਹੜੇ ਹਨ ਉਹ 4 ਮਹਾਵਾਕ ਜਿਹੜੇ ਸਨ 3-3 ਅੱਖਰਾਂ ਵਾਲੇ। ਸੋਈ ਪਾਰ ਬ੍ਰਹਮ ਗੁਰੂ ਨਾਨਕ ਜੀ ਦਾ ਰੂਪ ਧਾਰ ਕੇ ਭਾਖਾ ਬਾਣੀ ਕੀਤੀ ਹੈ। ਦੇਖੋ ਉਹੀ ਪਾਰ ਬ੍ਰਹਮ ਜਿਨੇ ਇਹ 4 ਜਿਹੜੇ ਮਹਾਵਾਕਿਆ ਕਰਕੇ ਜਿਨ੍ਹਾਂ ਨਾਲ 4 ਵੇਦ ਬਣੇ, ਉਹੀ ਪਾਰ ਬ੍ਰਹਮ ਪਰਮੇਸ਼ਰ ਰੂਪ ਆਪ ਗੁਰੂ ਨਾਨਕ ਬਣ ਕੇ ਕਲਯੁਗ ਦੇ ਸਮੇਂ ਵਿੱਚ ਆਇਆ ਤੇ ਉਹੀ ਪਾਰ ਬ੍ਰਹਮ ਨੇ ਹੁਣ ਭਾਖਾ ਵਿੱਚ ਕਹਿਤਾ। ਕੀ ਫਰਕ ਪੈਂਦਾ? ਜੋ ਉਸ ਸਮੇਂ ਵਿੱਚ 4 ਮਹਾਵਾਕਿਆ ਕਹਿ ਦਿੱਤੇ, ਹੁਣ ਗੁਰੂ ਨਾਨਕ ਰੂਪ ਹੋ ਕੇ ਉਹਨਾਂ ਨੇ ਭਾਖਾ ਵਿੱਚ ਬਾਣੀ ਉਚਾਰਨ ਕਰਤੀ। ਤੇ ਪੰਡਤ ਲੋਕ ਤੁਹਾਨੂੰ ਕੀ ਪ੍ਰੋਬਲਮ ਹੈ ਇਹਦੇ ਵਿੱਚ? ਹੁਣ ਦੇਖੋ ਸਮਾਂ ਬਦਲਿਆ, ਇਹਨੂੰ ਬਦਲਣ ਦਿਓ ਨਾ। ਬਦਲ ਚੁੱਕਿਆ, ਕਲਯੁਗ ਦਾ ਸਮਾਂ ਹੈ। ਹੁਣ ਇਹਨੂੰ ਬਦਲਣ ਵਾਲਾ ਵੀ ਪਰਮੇਸ਼ਰ ਹੈ ਤੇ ਆਪ ਉਹ ਸਮੇਂ ਦੇ ਵਿੱਚ ਸੰਸਾਰ ਨੂੰ ਤਾਰਨ ਵਾਲਾ ਵੀ ਉਹ ਆਪ ਹੈ। ਵੇਦਾਂ ਕਰਕੇ ਚਤੁਰਾਈ ਪ੍ਰਾਪਤ ਹੁੰਦੀ ਹੈ, ਮਨ ਨੀਵਾ ਨਹੀਂ ਹੁੰਦਾ। ਦੇਖੋ ਵੇਦਾਂ ਕਰਕੇ ਗੁਰੂ ਮਹਾਰਾਜ ਜੀ ਦਾ ਬਚਨ ਹੈ, ਕਹਿੰਦੇ ਵੇਦਾਂ ਕਰਕੇ ਚਤੁਰਾਈ ਪ੍ਰਾਪਤ ਹੁੰਦੀ ਹੈ, ਚਤੁਰਾਈਆਂ ਮਿਲਦੀਆਂ ਨੇ, ਬੰਦਾ ਚਤੁਰ ਹੁੰਦਾ ਹੈ। ਉਹ ਕੀ ਹੁੰਦਾ ਹੈ? ਚਤੁਰਾਈ ਇਹ ਹੁੰਦੀ ਹੈ ਟ੍ਰਿਕ ਕਰਨਾ। ਹੁਣ ਟ੍ਰਿਕ ਕਰਨਾ ਵਿਦ ਯੋਰ ਇੰਟੈਲੀਜੈਂਸ ਟੂ ਮੈਨੂਪੂਲੇਟ। ਇਹ ਹੁੰਦੀਆਂ ਚਤੁਰਾਈਆਂ। ਸੋ ਇਹ ਚਤੁਰਾਈਆਂ ਕਹਿੰਦੇ ਵੇਦਾਂ ਦੇ ਪਾਠ ਵਿੱਚੋਂ ਪ੍ਰਾਪਤ ਹੁੰਦੀਆਂ ਨੇ, ਕਿਉਂਕਿ ਉਹ ਨਿਰੋਲ ਗਿਆਨ ਹੈ, ਨਿਰੋਲ ਗਿਆਨ ਹੈ। ਦੈਟਸ ਇਟ। ਸੋ ਉਹਨੂੰ ਪ੍ਰਾਪਤ ਕਰਕੇ ਲੋਕਾਂ ਦੇ ਜਿਹੜੇ ਹਨ ਅੰਦਰੋਂ ਚਤੁਰਾਈਆਂ ਆਉਂਦੀਆਂ ਨੇ, ਉਹ ਲੋਕਾਂ ਨੂੰ ਟ੍ਰਿਕ ਕਰਦੇ ਹਨ, ਉਹ ਜਿਹੜਾ ਮੈਨੂਪੂਲੇਟ ਕਰਦੇ ਹਨ ਉਹਨਾਂ ਨੂੰ, ਕਿਉਂਕਿ ਇਹ ਬਹੁਤ ਰੋ ਹੈ ਨਾ।
ਰੌ ਨੂੰ ਤੁਸੀਂ ਜਿਵੇਂ ਮਰਜ਼ੀ ਮੈਨੀਪੂਲੇਟ ਕਰ ਲਓ ਅੱਜ ਦੇ ਸਮੇਂ ਵਿੱਚ ਸਮਝਾਉਣ ਵਾਸਤੇ। ਸੋ ਇਸ ਕਰਕੇ ਤੇ ਸ਼ਬਦ ਕਰਕੇ ਮਨ ਨੀਵਾ ਹੁੰਦਾ ਹੈ। ਕਹਿੰਗੇ ਸ਼ਬਦ ਕਰਕੇ, ਗੁਰਬਾਣੀ ਕਰਕੇ ਮਨ ਨੀਵਾ ਹੁੰਦਾ ਹੈ, ਬਿਕੋਜ਼ ਦੈਟਸ ਨਥਿੰਗ ਫॉर ਯੂ ਟੂ ਪ੍ਰਾਊਡ ਆਫ ਇਫ ਯੂ ਕੈਨ ਅੰਡਰਸਟੈਂਡ ਗੁਰਬਾਣੀ। ਬਟ ਗੱਲ ਇਹ ਹੈ ਗੁਰਬਾਣੀ ਦੀ ਕਿੰਨੀ ਕੁ ਡੂੰਘਾਈ ਤੱਕ ਜਾਂਦੇ ਹੋ, that makes the change। ਜਿੰਨੀ ਕਿ ਤੁਸੀਂ ਗੁਰਬਾਣੀ ਨੂੰ ਅੰਤਰੀਵ ਅਰਥਾਂ ਤੇ ਸਮਝੋਗੇ, ਜਿੰਨਾ ਗੁਰਬਾਣੀ ਨੂੰ ਤੁਸੀਂ ਉਹਦੇ ਆਸ਼ੇ ਤੇ ਲੈ ਕੇ ਜਾਓਗੇ, that makes the difference। ਸੋ ਕਰਕੇ ਜਿਹੜਾ ਹੈ ਕੋਈ ਮਾਣ ਨਹੀਂ ਕਰ ਸਕਦਾ। ਅੱਜ ਜੇ ਕੋਈ ਕਹਿ ਦੇਵੇ ਮੈਂ ਇਹ ਬਾਣੀ ਦਾ ਅਰਥ ਕੀਤੇ ਹੈ ਜੀ, ਕੋਈ ਮਾਣ ਨਹੀਂ ਕਰ ਸਕਦਾ, ਕਿਉਂਕਿ ਉਹ ਤੋਂ ਵੱਡਾ ਵਿਦਵਾਨ ਹੋਰ ਬੈਠਾ ਹੁੰਦਾ, ਉਹ ਵੀ ਕਰ ਲੈਂਦਾ, ਉਹ ਤੋਂ ਵੱਡਾ ਗਾਂ ਹੋਰ ਹੋਵੇਗਾ। ਕਿੰਨੇ ਜਿਹੜੇ ਹਨ ਡੂੰਘਾਈ ਵਿੱਚ ਇਹ ਅਰਥ ਕੀਤੇ ਜਾ ਸਕਦੇ ਨੇ। ਗੁਰਬਾਣੀ ਅਥਾਹ ਸਾਗਰ ਹੈ। ਸੋ ਕਿਸੇ ਕੋਲ ਵੀ ਇਹ ਜਿਹੜਾ ਹੈ ਰਾਈਟ ਨਹੀਂ ਹੈਗਾ ਕਿ ਉਹ ਮਾਣ ਕਰ ਸਕੇ, ਹੰਕਾਰ ਕਰ ਸਕੇ ਗੁਰਬਾਣੀ ਦੇ ਅਰਥ ਪੜ੍ਹ ਕੇ। ਤਾਂ ਸਿੱਖੀ ਪ੍ਰਾਪਤ ਹੁੰਦੀ ਹੈ। ਤਾਂ ਸਿੱਖੀ ਪ੍ਰਾਪਤ ਹੁੰਦੀ ਹੈ। ਦੇਖੋ ਗੁਰਬਾਣੀ ਵਿੱਚ ਜਿੰਨੀ ਡੂੰਘਾਈ ਵਿੱਚ ਜਾਵਾਂਗੇ ਉਨਾ ਮਨ ਨੀਵਾ ਹੁੰਦਾ ਹੈ, ਉਨੀ ਸਮਝ ਵੱਧਦੀ ਹੈ, ਉਨਾ ਗਿਆਨ ਵੱਧਦਾ ਹੈ। ਪਰ ਨਾਲੋਂ ਨਾਲ ਮਨ ਨੀਵਾ ਕਿਉਂ ਹੁੰਦਾ? ਕਿਉਂਕਿ ਗੁਰਬਾਣੀ ਆਪ ਗੁਰੂ ਹੈ। ਗੁਰੂ ਹੋਣ ਕਰਕੇ ਜਦੋਂ ਵੀ ਗੁਰੂ ਹੋਵੇ ਕੋਲੇ, ਬੰਦਾ ਮਾਣ ਕਿਵੇਂ ਕਰ ਸਕਦਾ? ਕਿਉਂਕਿ ਗੁਰੂ ਸਿਖਾਉਣ ਵਾਲਾ ਹੈ। ਦੂਸਰਾ, ਗੁਰਬਾਣੀ ਵਿੱਚ ਗੁਰੂ ਦੀ ਕਿਰਪਾ ਹੈ। ਗੁਰੂ ਮਹਾਰਾਜ ਆਪ ਵਰਤਦੇ ਹਨ ਗੁਰਬਾਣੀ ਵਿੱਚ, ਤੇ ਇਹ ਗੁਰਬਾਣੀ ਫਿਰ ਹੰਕਾਰ ਦਾ ਕਾਰਨ ਕਿਵੇਂ ਬਣ ਸਕਦੀ ਹੈ? ਇਸ ਕਰਕੇ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ। ਉੱਥੇ ਗੁਰੂਪਣਾ ਨਹੀਂ ਪ੍ਰਾਪਤ ਹੁੰਦਾ, ਉੱਥੇ ਸਿੱਖੀ ਪ੍ਰਾਪਤ ਹੁੰਦੀ। ਇਸ ਕਰਕੇ ਉਹ ਸਮਿਆਂ ਵਿੱਚ ਲੋਕ ਆਪਣੇ ਜਿਹੜੇ ਪੜ੍ਹਾਉਣ ਵਾਲੇ ਉਹਨਾਂ ਨੂੰ ਗੁਰੂ ਕਿਹਾ ਕਰਦੇ ਸਨ। ਗੁਰਸਿੱਖਾਂ ਵਾਸਤੇ ਇੱਕੋ ਇੱਕ ਗੁਰੂ ਨਾਨਕ ਹੈ, ਜੋ ਕਿ 10 ਸਰੂਪਾਂ ਵਿੱਚ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ, ਉਹ ਗੁਰੂ ਨੇ। ਬਾਕੀ ਦੇ ਜਿਹੜੇ ਟੀਚਰ ਹੋ ਸਕਦੇ ਨੇ, ਬਾਕੀ ਦੇ ਜਿਹੜੇ ਅਧਿਆਪਕ ਹੋ ਸਕਦੇ ਨੇ ਜਿਹੜੇ ਹਨ, ਪਰ ਉਹ ਗੁਰੂ ਨਹੀਂ ਹੋ ਸਕਦੇ। ਗੁਰੂ ਸਿਰਫ ਉਹੀ ਹਨ। ਇਸ ਕਰਕੇ ਗੁਰਸਿੱਖੀ ਪ੍ਰਾਪਤ ਹੁੰਦੀ ਹੈ ਗੁਰਬਾਣੀ ਵਿੱਚੋਂ। ਤਾਂ ਕਸ਼ਮੀਰ ਵਿੱਚ ਧਰਮਸਾਲ ਬਣੀ। ਤਾਂ ਧਰਮ ਜਿਹੜੇ ਹਨ ਕਸ਼ਮੀਰ ਦੇ ਵਿੱਚ ਧਰਮਸਾਲ ਬਣੀ। ਦੋਵੇਂ ਵੇਲੇ ਕਥਾ ਹੋਵੇ। ਦੋਵੇਂ ਵੇਲੇ ਕਥਾ ਹੋਇਆ ਕਰਦੀ ਸੀ ਉੱਥੇ। ਉਪਰੰਤ ਕੀਰਤਨ ਹੋਵੇ। ਤੇ ਉੱਥੇ ਕੀਰਤਨ ਹੋਇਆ ਕਰਦਾ ਸੀ ਸਾਰਾ ਦਿਨ। ਆਏ ਸਿੱਖਾਂ ਦੀ ਟਹਿਲ ਹੋਵੇ। ਤੇ ਆਉਂਦੇ ਜਾਂਦੇ ਗੁਰਸਿੱਖਾਂ ਵਾਸਤੇ ਲੰਗਰ, ਨੰਗਿਆਂ ਵਾਸਤੇ ਕੱਪੜੇ ਜਿਹੜਾ ਹਨ, ਜਿਨ੍ਹਾਂ ਬੇਘਰਾਂ ਵਾਸਤੇ ਘਰ। ਸੋ ਇਉਂ ਕਰਕੇ ਸਾਰੀ ਸੇਵਾ ਕਰਿਆ ਕਰਦੇ ਸਨ। ਦਿਨ ਵਾਰ ਜੋੜ ਕੜਾਹੋ ਹੋਵੇ। ਦੇ ਦਿਨ ਵਾਰ, ਜੋ ਕੋਈ ਦਿਨ ਹੋਵੇ, ਗੁਰਪੁਰਬ ਹੋਵੇ ਜਾਂ ਕੋਈ ਖਾਸ ਦਿਨ ਹੋਵੇ, ਤਾਂ ਮਹੀਨੇ ਵਿੱਚ ਜਿਵੇਂ ਸੰਗਰਾਂਦ ਆ ਗਈ, ਪੂਰਨਮਾਸੀ ਆ ਗਈ, ਮੱਸਿਆ ਆ ਗਈ, ਇਹ ਦਿਨਾਂ ਨੂੰ ਜਿਹੜਾ ਲੈ ਕਰਕੇ ਜੋੜ ਮੇਲਾ ਹੋਇਆ ਕਰਦਾ ਸੀ। ਕੜਾ ਪ੍ਰਸ਼ਾਦ ਵਰਤਾਈ ਜਾਂਦੀ ਸੀ। ਸਿੱਖੀ ਦੀ ਰੀਤ ਚੱਲੀ। ਸਿੱਖੀ ਦੀ ਰੀਤ ਕਸ਼ਮੀਰ 'ਚ ਇਸ ਪ੍ਰਕਾਰ ਚੱਲੀ। ਤੇ ਇਸੇ ਪ੍ਰਕਾਰ ਜਿਹੜਾ ਹੈ ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਸਾਖੀ ਆਉਂਦੀ ਹੈ ਮਾਤਾ ਭਾਗ ਭਰੀ ਜੀ ਦੀ। ਮਾਤਾ ਭਾਗ ਭਰੀ ਜਿਹੜੇ ਸਨ, ਉਹ ਵੀ ਜਿਹੜੇ ਹਨ ਭਾਈ ਮਾਧੋ ਜੀ ਦੀ ਸੰਗਤ ਕਰਕੇ ਉਹਨਾਂ ਨੂੰ ਗੁਰਸਿੱਖੀ ਪ੍ਰਾਪਤ ਹੋਈ। ਤੇ ਉਹ ਭਾਈ ਮਾਧੋ ਜੀ ਨੂੰ ਜਿਹੜਾ ਹੈ ਬੜਾ ਹੀ ਉਹਨਾਂ ਨਾਲ ਜਿਹੜਾ ਹੈ ਸਤਿਕਾਰ ਕਰਿਆ ਕਰਦੇ ਸਨ। ਉਹਨਾਂ ਨੇ ਮਾਤਾ ਭਾਗ ਭਰੀ ਨੂੰ ਇੰਨਾ ਜਿਹੜਾ ਹੈ ਸਿੱਖੀ ਦੇ ਵਿੱਚ ਉਹਨਾਂ ਨੇ ਪਿਆਰ ਜਗਾਇਆ। ਤੇ ਭਾਈ ਮਾਧੋ ਜੀ ਦਾ ਜੀਵਨ ਦੇਖ ਕੇ ਉੱਥੇ ਸਿੱਖੀ ਬਹੁਤ ਫੈਲੀ। ਤੇ ਮਾਤਾ ਭਾਗ ਭਰੀ ਜਿਹੜੇ ਸਨ, ਉਹ ਪਿਆਰ ਵਿੱਚ ਭਿੱਜ ਗਏ ਸਨ, ਗੁਰੂ ਮਹਾਰਾਜ ਦੇ ਪਿਆਰ ਵਿੱਚ। ਜਦੋਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਜੋਤੀ ਜੋ ਸਮਾ ਗਏ ਸਨ, ਸੋ ਉਸ ਵੇਲੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਬਣੇ, ਭਾਈ ਮਾਧੋ ਜੀ ਨੇ ਦੱਸਿਆ, ਭਾਈ ਮਾਤਾ ਭਾਗ ਭਰੀ ਜੀ ਕਹਿੰਦੇ ਸਨ ਕਿ ਸਾਨੂੰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾ ਦਿਓ। ਉਸ ਵੇਲੇ ਭਾਈ ਮਾਧੋ ਜੀ ਨੇ ਦੱਸਿਆ, ਨਹੀਂ, ਹੁਣ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਰੂਪ ਹੋ ਕੇ ਪ੍ਰਗਟ ਹੋਏ ਹਨ। ਤੇ ਕੀ ਹੋਇਆ, ਥੋੜੇ ਸਮੇਂ ਬਾਅਦ ਭਾਈ ਮਾਧੋ ਜੀ ਜਿਹੜੇ ਸਨ, ਉਹਨਾਂ ਨੇ ਵੀ ਆਪਣਾ ਸਰੀਰ ਛੱਡ ਦਿੱਤਾ। ਤੇ ਭਾਈ ਭਾਗ ਭਰੀ ਜੀ ਜਿਹੜੇ ਹਨ, ਹੁਣ ਉੱਥੇ ਕੋਈ ਗੁਰਸਿੱਖ ਵੀ ਭਾਈ ਮਾਧੋ ਵਰਗਾ ਨਹੀਂ ਰਿਹਾ। ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਿਆਰ ਵਿੱਚ ਉਹ ਇੰਨੇ ਡੁੱਬੇ, ਦਿਨ ਰਾਤ ਮਹਾਰਾਜ ਨੂੰ ਚੇਤੇ ਕਰਦੇ ਸਨ। ਇੱਕ ਮਿੰਜਾ ਤਿਆਰ ਕਰਕੇ, ਵਿਛਾਉਣੇ ਪਾ ਕੇ ਉੱਤੇ ਹਰ ਰੋਜ਼ ਧੂਫ ਦੀਵਾ ਲਾ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਇੱਕ ਜਿਹੜਾ ਹੈ ਇੱਕ ਸਵੈਟਰ ਜਿਹੜਾ ਸੀਗਾ, ਜਾਂ ਇੱਕ ਕੱਪੜਾ ਕਹਿ ਲਈਏ, ਕਈਆਂ ਨੇ ਸਵੈਟਰ ਲਿਖਿਆ, ਪਰ ਜਿਹੜਾ ਗੁਰੂ ਬਿਲਾਸ ਪਾਤਸ਼ਾਹ ਛੇਵੀਂ ਵਿੱਚ ਆਉਂਦਾ ਇੱਕ ਕੱਪੜਾ ਆਉਂਦਾ। ਉਹ ਕੱਪੜਾ ਜਿਹੜਾ ਉਣਨ ਲੱਗੇ, ਕੱਪੜਾ ਬਣਾਉਣ ਲੱਗੀ ਮਾਤਾ ਜੀ। ਭਾਵੇਂ ਅੱਖਾਂ ਤੋਂ ਉਹ ਜਿਹੜੇ ਹਨ, ਕਈਆਂ ਇਤਿਹਾਸਕਾਰਾਂ ਨੇ ਲਿਖਿਆ ਵੀ ਅੰਨੇ ਵੀ ਸਨ, ਉਹਨਾਂ ਨੂੰ ਅੱਖਾਂ ਤੋਂ ਬਹੁਤਾ ਦਿਸਦਾ ਨਹੀਂ ਸੀਗਾ। ਸੋ ਇਉਂ ਕਰਕੇ ਰਾਤ ਦਿਨ ਇੱਕ ਕਰਕੇ ਉਹਨਾਂ ਨੇ ਉਹ ਕੱਪੜਾ ਤਿਆਰ ਕੀਤਾ। ਤੇ ਉਹਨਾਂ ਦੀ ਇੱਛਾ ਇਹੀ ਸੀ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਆਉਣਗੇ, ਇਹ ਕੱਪੜੇ ਦਾ ਮੈਂ ਚੋਲਾ ਸਵਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਹਿਨਾਉਣਾ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਵਿੱਚ ਬੈਠੇ, ਇੱਕ ਦਿਨ ਸੰਗਤ ਨੂੰ ਕਹਿਣ ਲੱਗੇ ਵੀ ਆਪਾਂ ਚੱਲੀਏ ਹੁਣ। ਤੇ ਉਧਰੋਂ ਚਿੱਠੀ ਆ ਗਈ ਸੀ ਭਾਈ ਸਾਈਂ ਦਾਸ ਤੋਂ ਤੇ ਡੱਲੇ ਤੋਂ, ਕਹਿੰਦੇ ਵੀ ਤੁਸੀਂ ਇੱਥੇ ਆਓ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪਰਿਵਾਰ ਨੂੰ ਡੱਲੇ ਭੇਜ ਦਿੱਤਾ ਤੇ ਆਪ ਚੱਲ ਕੇ ਉੱਥੋਂ ਕਸ਼ਮੀਰ ਆਏ। ਕਹਿੰਦੇ ਅਸੀਂ ਕਸ਼ਮੀਰ ਜਿਹੜਾ ਹੈ, ਕਸ਼ਮੀਰ ਨੂੰ ਜਾ ਕੇ ਫਿਰ ਆਵਾਂਗੇ। ਸੋ ਇਸ ਪ੍ਰਕਾਰ ਕਰਕੇ ਜਿਹੜਾ ਹੈ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਸ਼ਮੀਰ ਆਏ।
ਤੇ ਮਹਾਰਾਜ ਨੇ ਆ ਕੇ ਭਾਈ ਮਾਤਾ ਭਾਗ ਭਰੀ ਜੀ ਨੂੰ ਆ ਕੇ ਦਰਸ਼ਨ ਦਿੱਤੇ ਤੇ ਉਹਨਾਂ ਨੂੰ ਜਿਹੜਾ ਹੈ ਜਦੋਂ ਪੁੱਛਿਆ ਕੀ ਚਾਹੀਦਾ ਹੈ, ਕਹਿੰਦੇ ਬਸ ਸਾਡੇ ਸਾਹਮਣੇ, ਸਾਡੀਆਂ ਅੱਖਾਂ ਦੇ ਸਾਹਮਣੇ ਬਸ ਤੁਸੀਂ ਵਸੋ, ਅਸੀਂ ਤੁਹਾਡੇ ਹੀ ਦਰਸ਼ਨ ਕਰਨੇ ਹਨ, ਅਸੀਂ ਹੋਰ ਕਿਸੇ ਦੇ ਦਰਸ਼ਨ ਨਹੀਂ ਕਰਨੇ। ਸੋ ਇਸ ਪ੍ਰਕਾਰ ਕਰਕੇ ਉਹਨਾਂ ਨੂੰ ਦਰਸ਼ਨ ਦੇ ਕੇ ਮਾਤਾ ਭਾਗ ਭਰੀ ਨੇ ਜਦੋਂ ਦੇਖਿਆ ਕਿ ਮੇਰੀ ਇੱਛਾ ਪੂਰੀ ਹੋ ਗਈ, ਉਹਨਾਂ ਨੇ ਸਰੀਰ ਛੱਡ ਦਿੱਤਾ। ਮਾਤਾ ਭਾਗ ਭਰੀ ਜੀ ਦੇ ਜਿਹੜੇ ਹਨ ਉਹਨਾਂ ਦਾ ਸੰਸਕਾਰ ਆਪ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥੀਂ ਕਰਕੇ ਕਸ਼ਮੀਰ ਤੋਂ ਫਿਰ ਵਾਪਸ ਆਏ। ਇਉਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਥੋੜ੍ਹਾ ਜਿਹਾ ਕਰੈਕਸ਼ਨ ਹੈ, ਜਿਹੜਾ ਪਹਿਲਾਂ ਆਪਾਂ ਜਿਹੜੇ ਹਨ ਵਿਚਾਰ ਕੀਤੀ ਹੈ, ਜਦੋਂ ਡਰੋਲੀ ਨੂੰ ਜਾਣ ਵਾਸਤੇ ਪਰਿਵਾਰ ਨੂੰ ਭੇਜਿਆ, ਮਹਾਰਾਜ ਜੀ ਨਾਨਕ ਮੱਤੇ ਗਏ ਸਨ, ਬਾਬਾ ਅਲਮਸਤ ਜੀ ਜਿਹੜੇ ਹਨ ਉੱਥੇ ਪਹੁੰਚੇ ਹੋਏ ਸਨ, ਉਹਨਾਂ ਨੂੰ ਜਿਹੜਾ ਹਨ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਮਹਾਰਾਜ ਜੀ ਉੱਥੇ ਪਹੁੰਚੇ ਤੇ ਇੱਥੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫਿਰ ਵਾਪਸ ਜਦੋਂ ਅੰਮ੍ਰਿਤਸਰ ਆ ਗਏ ਸਨ, ਕਿਉਂਕਿ 6 ਮਹੀਨੇ ਡਰੋਲੀ ਰਹੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਪ੍ਰਕਾਸ਼ ਹੋਇਆ, ਤੋਂ ਵਾਪਸ ਅੰਮ੍ਰਿਤਸਰ ਆ ਕੇ ਫਿਰ ਸਤਿਗੁਰੂ ਜੀ ਆਪ ਕਸ਼ਮੀਰ ਨੂੰ ਜਾਣਾ ਕੀਤਾ। ਦੇਖੋ ਹੁਣ ਵਿਚਾਰ ਵਾਲੀ ਗੱਲ ਹੈ, ਆਪ ਜੀ ਨੇ ਪਹਿਲਾਂ ਜਿਹੜਾ ਹੈ ਸ਼ਾਹ ਜਿਹੜਾ ਜਹਾਂਗੀਰ ਹੋਇਆ ਉਹਨੇ ਪਹਿਲਾਂ ਵੀ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਲਾਹੌਰ ਪਹੁੰਚ ਕੇ ਵੀ ਮੈਂ ਹੁਣ ਕਸ਼ਮੀਰ ਨੂੰ ਜਾਣਾ ਚਾਹੁੰਦਾ ਹਾਂ, ਤੁਸੀਂ ਵੀ ਮੇਰੇ ਨਾਲ ਚੱਲੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਵੀ ਅਸੀਂ ਨਹੀਂ ਜਾਣਾ। ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲਾਹੌਰ ਮੁਜੰਗਾ ਵਿੱਚ ਹੀ ਰਹੇ ਤੇ ਮੁਜੰਗਾ ਥਾਂ ਵਿੱਚ ਉੱਥੇ ਮਹਾਰਾਜ ਨੇ ਰਹਿਣਾ ਕੀਤਾ ਤੇ ਜਹਾਂਗੀਰ ਕਸ਼ਮੀਰ ਜਾ ਕੇ ਵਾਪਸ ਨਹੀਂ ਮੁੜਿਆ, ਉੱਥੇ ਉਹਦਾ ਦੇਹਾਂਤ ਹੋ ਗਿਆ। ਤੇ ਵਾਪਸ ਜਿਹੜਾ ਹੈ ਦੇਖੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵੇਲੇ ਜਹਾਂਗੀਰ ਇੱਕ ਬਾਦਸ਼ਾਹ ਨੂੰ ਨਾ ਕਰ ਦਿੱਤੀ, ਪਰ ਜਦੋਂ ਉਹਨਾਂ ਦੇ ਪਿਆਰੇ ਸਿੱਖ ਨੇ ਯਾਦ ਕੀਤਾ ਤਾਂ ਸਤਿਗੁਰੂ ਆਪ ਚੱਲ ਕਰਕੇ ਪਹੁੰਚਦੇ ਹਨ ਕਸ਼ਮੀਰ ਨੂੰ। ਇੰਨਾ ਪਿਆਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਸਿੱਖਾਂ ਨਾਲ ਕਰਦੇ ਹਨ, ਮਹਾਰਾਜ ਇੰਨੀ ਬਖਸ਼ਿਸ਼ ਕਰਦੇ ਹਨ। ਸੋ ਸਿੱਖੀ ਜਿਹੜੀ ਕਸ਼ਮੀਰ ਦੇ ਵਿੱਚ ਭਾਈ ਮਾਧੋ ਸੋਢੀ ਜੀ ਨੇ ਜਿਹੜੀ ਹਨ ਇਹ ਸੇਵਾ ਕੀਤੀ। ਤੇ ਜਦੋਂ ਮਾਤਾ ਭਾਗ ਭਰੀ ਜੀ ਜਿਹੜਾ ਹਨ ਆਪਣਾ ਸਰੀਰ ਛੱਡ ਕੇ ਅਗਾਂਹ ਜਾਂਦੇ ਹਨ, ਜਦੋਂ ਦੇਖਦੇ ਹਨ ਕਹਿੰਦੇ ਕੀ ਦੇਖਿਆ, ਜਿੱਥੇ 5 ਗੁਰੂ ਸਾਹਿਬਾਨ ਜੀ ਬੈਠੇ ਹਨ, ਮਾਤਾ ਜੀ ਦਰਸ਼ਨ ਕਰਦੇ ਹਨ, 6ਵੇਂ ਜਿਹੜੇ ਹਨ ਉਹਨਾਂ ਦੇ ਚਰਨਾਂ ਵਿੱਚ ਬੈਠੇ ਹਨ ਭਾਈ ਮਾਧੋ ਸੋਢੀ ਜੀ। ਭਾਈ ਮਾਧੋ ਜੀ ਨੂੰ ਦੇਖ ਕੇ ਮਾਤਾ ਜੀ ਉੱਥੇ ਬੜੇ ਖੁਸ਼ ਹੁੰਦੇ ਹਨ। ਦੇਖੋ ਗੁਰੂ ਮਹਾਰਾਜ ਦੇ ਪਿਆਰੇ ਗੁਰੂ ਮਹਾਰਾਜ ਦੇ ਅਸਥਾਨਾਂ ਤੇ ਪਹੁੰਚਦੇ ਹਨ, ਮਹਾਰਾਜ ਦੇ ਚਰਨਾਂ ਵਿੱਚ ਲੀਨ ਹੁੰਦੇ ਹਨ। ਇਹ ਸਾਖੀਆਂ ਜਿਹੜੀਆਂ ਹਨ, ਇਹ ਸਾਖੀਆਂ ਆਪਾਂ ਨੂੰ ਇਹ ਦੱਸਦੀਆਂ ਹਨ ਕਿ ਇੱਕ ਗੁਰੂ ਹੀ ਹੈ ਜਿਹੜਾ ਆਪਣਾ ਪਿਆਰ, ਆਪਣਾ ਜਿਹੜਾ ਸਿੱਖ ਦਾ ਜਿਹੜਾ ਹੈ ਪਾਰ ਉਤਾਰਾ ਕਰਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਕੌਣ ਬਚਾਉਂਦਾ ਹੈ ਕਿਸੇ ਨੂੰ? ਗੁਰੂ ਮਹਾਰਾਜ ਜੀ ਆਪਣੇ ਸਿੱਖ ਨਾਲ ਇੰਨਾ ਪਿਆਰ ਕਰਦੇ ਹਨ, ਔਗਣਾਂ ਨੂੰ ਨਹੀਂ ਚਿਤਾਰਦੇ ਤੇ ਜਿਹੜੇ ਹਨ ਆਪ ਹੀ ਗੁਣ ਦੇ ਕੇ, ਆਪ ਹੀ ਗਿਆਨ ਦੇ ਕੇ, ਆਪ ਹੀ ਤਾਰ ਲੈਂਦੇ ਹਨ ਆਪਣਾ ਪਿਆਰ ਬਖਸ਼ਿਸ਼ ਕਰਕੇ। ਸੋ ਇਸ ਤਰ੍ਹਾਂ ਕਰਕੇ ਸਤਿਗੁਰਾਂ ਤੇ ਭਰੋਸਾ ਰੱਖਣਾ ਤੇ ਸਤਿਗੁਰਾਂ ਦੀ ਸਿੱਖੀ ਨੂੰ ਧਾਰਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਿੱਖੀ ਤੋਂ ਵੱਡਮੁੱਲੀ ਜਿਹੜੀ ਹੈ ਸ਼ੈ ਦੁਨੀਆ 'ਚ ਆਪਾਂ ਨਹੀਂ ਕਮਾ ਸਕਦੇ, ਕਿਤੇ ਵੀ ਤੁਹਾਨੂੰ ਨਹੀਂ ਮਿਲਣੀ। ਗੁਰੂ ਨਾਨਕ ਤੋਂ ਹੀ ਮਿਲ ਸਕਦੀ ਹੈ, ਗੁਰੂ ਪਾਤਸ਼ਾਹ ਹੀ ਬਖਸ਼ਣਹਾਰ ਹਨ। ਸੋ ਇਸ ਕਰਕੇ ਮਹਾਰਾਜ ਦੀ ਸਿੱਖੀ ਜਿਹੜੀ ਹੈ ਇਸ ਨੂੰ ਸਭ ਤੋਂ ਇੰਪੋਰਟੈਂਟ ਜਿਹੜੀ ਸਮਝੋ ਆਪਣੀ ਜ਼ਿੰਦਗੀ ਵਿੱਚ, ਹੋਰ ਕੁਝ ਵੀ ਇੰਪੋਰਟੈਂਟ ਨਹੀਂ ਹੈ, ਇਹ ਸਭ ਤੋਂ ਇੰਪੋਰਟੈਂਟ ਹੈ। ਇਹੀ ਇੱਕ ਹੈ ਜਿਹਨੇ ਆਪਾਂ ਨੂੰ ਖੁਸ਼ੀਆਂ ਵੀ ਦੇਣੀਆਂ, ਆਨੰਦ ਵੀ ਦੇਣੇ ਹਨ ਤੇ ਮਰ ਕੇ ਵੀ ਆਪਣੀ ਸਹਾਇਤਾ ਕਰਨੀ ਹੈ ਤੇ ਜੀਵਨ ਵੀ ਬਹੁਤ ਖੁਸ਼ਹਾਲ ਹੁੰਦਾ ਹੈ, ਖੁਸ਼ੀਆਂ ਨਾਲ ਭਰਿਆ ਹੁੰਦਾ ਹੈ। ਇਸ ਕਰਕੇ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਮਾਧੋ ਸੋਢੀ ਕਸ਼ਮੀਰ ਗੁਰਸਿੱਖੀ ਦੀ ਚਾਲ ਚਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।